ਕਾਰਾਂ ਸਭ ਕੁਝ ਜਿਹੜੀਆਂ ਹੈਗੀਆਂ ਉਹ ਤਾਂ ਦਲਿਤ ਭਾਈਚਾਰੇ ਨੂੰ ਦੇ ਰਹੀਆਂ ਨੇ, ਜਨਰਲ ਕੈਟਾਗਰੀ ਨੂੰ ਤਾਂ ਮਿਲ ਹੀ ਕੁਝ ਨਹੀਂ ਰਿਹਾ। ਤਾਂ ਸਭ ਤੋਂ ਪਹਿਲਾਂ ਜਿਹੜਾ ਰਾਖਵਾਂਕਰਨ ਦੇ ਮੁੱਦੇ ਤੇ ਬਹਿਸ ਹੁੰਦੀ ਹੈ, ਜੋ ਜ਼ਿਆਦਾਤਰ ਲੋਕ ਇਹਦੇ 'ਚ ਉਹ ਹਿੱਸਾ ਲੈਂਦੇ ਨੇ ਜਿਹੜੇ ਕਿ ਅਣਜਾਣ ਹੁੰਦੇ ਨੇ। ਅਧੂਰਾ ਗਿਆਨ ਜਿਹੜਾ ਸਭ ਤੋਂ ਜ਼ਿਆਦਾ ਖਤਰਨਾਕ ਹੁੰਦਾ, ਤਾਂ ਉਹਨਾਂ ਲਈ ਜਿਹੜਾ ਅਧੂਰਾ ਗਿਆਨ ਦੇ ਤਹਿਤ ਉਹਨਾਂ ਨੂੰ ਜਚਾ ਦਿੱਤੀ ਜਾਂਦੀ ਹੈ ਗੱਲ ਕਿ ਰਾਖਵਾਂਕਰਨ ਜਿਹੜਾ ਹੈ ਇਹ ਦੂਜੇ ਵਰਗਾਂ ਦੇ ਲਈ ਜਿਹੜਾ ਹੈ ਬਹੁਤ ਜ਼ਿਆਦਾ ਖਤਰਨਾਕ, ਉਹਨਾਂ ਦੇ ਹੱਕ ਮਾਰੇ ਜਾ ਰਹੇ ਹੈ। ਤਾਂ ਸਭ ਤੋਂ ਪਹਿਲਾਂ ਇਹਦੇ ਤੇ ਤੁਹਾਡੀ ਕੀ ਪ੍ਰਤੀਕਿਰਿਆ? ਮਜ਼ਦੂਰਾਂ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਗੱਲਬਾਤ ਅਸੀਂ ਅੱਗੇ ਕਰਾਂਗੇ। ਉਹ ਰਾਖਵੇਂਕਰਨ ਦੀ ਜਿਨ੍ਹਾਂ ਨੇ ਲਾਗੂ ਕਰਨਾ ਸੀ, ਪਾਰਲੀਮੈਂਟਾਂ, ਅਸੈਂਬਲੀਆਂ ਨੇ, ਕੋਰਟਾਂ ਨੇ, ਪਾਲਿਸੀ ਮੇਕਰਸ ਨੇ, ਤੇ ਉਹ ਸਾਰੇ ਚਾਹੇ ਮਤਲਬ ਜਿਨ੍ਹਾਂ ਨੂੰ ਅਸੀਂ ਯੋਜਨਾ ਕਮਿਸ਼ਨ ਵਗੈਰਾ ਕਹਿੰਦੇ ਆ, ਉਹਨਾਂ ਸਾਰਿਆਂ ਦੇ ਉੱਤੇ ਉਤਲੀਆਂ ਜਾਤਾਂ ਤੇ ਉਤਲੀਆਂ ਜਮਾਤਾਂ ਦਾ ਹੀ ਕਬਜ਼ਾ ਸੀ। ਇਸ ਕਰਕੇ ਰਾਖਵਾਂਕਰਨ ਪੂਰੇ ਤੌਰ ਤੇ ਲਾਗੂ ਨਹੀਂ ਹੋ ਸਕਿਆ। ਜਿਹੜੇ ਇਹਦੇ ਦੋਖੀ ਲੋਕ ਹੈ ਅਸਲ 'ਚ ਸਾਰੇ ਉਹ ਹੈ ਜਿਨ੍ਹਾਂ ਨੇ ਸਦੀਆਂ ਤੋਂ ਰਿਜ਼ਰਵੇਸ਼ਨ ਦੇ ਉੱਤੇ ਕਬਜ਼ਾ ਕੀਤਾ ਹੋਇਆ। ਉੱਪਰਲਿਆਂ ਨੇ ਜਾਤਾਂ ਦੇ ਤੌਰ ਤੇ, ਕਿੱਤਿਆਂ ਦੇ ਤੌਰ ਤੇ, ਜਾਇਦਾਦ ਦੇ ਤੌਰ ਤੇ, ਰਾਜਨੀਤੀ ਦੇ ਤੌਰ ਤੇ ਉਹਨਾਂ ਦਾ ਕਬਜ਼ਾ ਹੈ। ਤੇ ਜਦੋਂ ਉਹਨਾਂ ਦਾ ਕਬਜ਼ਾ ਤਿੜਕਦਾ ਥੋੜ੍ਹਾ ਜਿਹਾ ਤਾਂ ਉਹ ਜਾਤਵਾਦ ਦਾ ਰੌਲਾ ਪਾ ਕੇ ਕਿ ਥੱਲੇ ਦੀ ਜਾਤਾਂ ਹੈ ਤੇ ਇਹ ਜਾਤਵਾਦ ਵਧਾ ਰਹੇ ਹੈ, ਜਦ ਕਿ ਸਦੀਆਂ ਤੋਂ ਜਾਤ ਪੈਦਾ ਵੀ ਉਹਨਾਂ ਨੇ ਕੀਤੀ ਤੇ ਉਹਦਾ ਲਾਹਾ ਵੀ ਉਹੀ ਲੈਂਦੇ ਰਹੇ। ਜੇ ਚਾਰੋਂ ਖਿੱਤਿਆਂ ਦੇ ਅੰਦਰ ਮਤਲਬ ਸਰਕਾਰੀ ਡਿਪਾਰਟਮੈਂਟ, ਕਾਰਪੋਰੇਸ਼ਨ ਬੋਰਡ, ਕੋਆਪਰੇਟਿਵ ਸੈਕਟਰ ਔਰ ਜੁਆਇੰਟ ਸੈਕਟਰ ਇਹਨਾਂ ਦੇ ਅੰਦਰ ਰਿਜ਼ਰਵੇਸ਼ਨ ਹੈ। ਜੇ ਇਹ ਰਿਜ਼ਰਵੇਸ਼ਨ ਨੌਕਰੀਆਂ ਨਹੀਂ ਰਹਿਣਗੀਆਂ, ਅਦਾਰੇ ਨਹੀਂ ਰਹਿਣਗੇ, ਉਹ ਸਾਰੇ ਸੇਲ ਤੇ ਲਾ ਦੇਣੇ ਆ ਜਾਂ ਬੰਦ ਕਰ ਦੇਣੇ ਆ ਜਾਂ ਉਹਦਾ ਮੋਨੀਟਾਈਜੇਸ਼ਨ ਕਰ ਦੇਣਾ, ਵੀ ਜ਼ਮੀਨਾਂ ਰੱਖ ਕੇ ਬਾਕੀ ਸਭ ਕੁਝ ਵੇਚ ਹੀ ਦੇਣਾ, ਤਾਂ ਉਹ ਸਾਰੀ ਪਾਲਿਸੀ ਤਾਂ ਪ੍ਰਾਈਵੇਟ ਦੇ ਹੱਥਾਂ 'ਚ ਚਲੀ ਜਾਏਗੀ, ਤਾਂ ਇਹ ਮੀਨਿੰਗਲੈਸ ਹੋ ਜਾਏਗਾ। ਇਸ ਤਰੀਕੇ ਨਾਲ ਅੱਜ ਦੇਸ਼ ਦੇ ਕਾਲਜਾਂ ਦੇ ਅੰਦਰ, ਮੈਂ ਪੰਜਾਬ ਹਰਿਆਣੇ ਦੀ ਗੱਲ ਕਰਦਾ, 2 ਸੂਬਿਆਂ ਦੀ 12,000 ਪ੍ਰੋਫੈਸਰਾਂ ਦੀ ਪੋਸਟਾਂ ਖਾਲੀ ਹੈ ਸਰਕਾਰੀ ਕਾਲਜਾਂ ਤੇ ਸਾਰੀ ਯੂਨੀਵਰਸਿਟੀਆਂ ਦੇ ਅੰਦਰ, ਤੇ ਕੋਈ ਭਰਨ ਨੂੰ ਤਿਆਰ ਨਹੀਂ। ਐਜੂਕੇਸ਼ਨ ਸਿਸਟਮ ਦੇ ਵਿੱਚ ਕੀ ਸੁਧਾਰਾਂ ਦੀ ਲੋੜ ਹੈ ਕਿ ਉਸ ਪਾਸੇ ਵੱਲ ਵੀ ਮਜ਼ਦੂਰਾਂ ਦੇ, ਛੋਟੇ ਕਿਸਾਨਾਂ ਦੇ ਬੱਚੇ ਜਾ ਸਕਣ, ਕਿਉਂਕਿ ਉਹ ਪੜ੍ਹਾਈ ਮਹਿੰਗੀ ਬਹੁਤ ਆ। ਉਹ ਲੈ ਦੇ ਕੇ ਇਹੀ ਕਹਿੰਦੇ ਆਰਟਸ 'ਚ BA ਕਰ ਲੈ, B.Ed ਕਰ ਲੈ, ਅਧਿਆਪਕਾਂ ਦੀ ਜਥੇਬੰਦੀ 'ਚ ਸ਼ਾਮਲ ਹੋ ਜੀ, ਕਿਤੇ ਨਾ ਕਿਤੇ ਨੌਕਰੀ ਜਿਹੜੀ ਉਹ ਮਿਲ ਜੂਗੀ। ਉਹ ਵੀ ਨਹੀਂ ਮਿਲੇਗੀ, ਕਿਉਂਕਿ 2 ਗੱਲਾਂ ਨੇ ਉਹਦੇ 'ਚ। ਪਹਿਲੀ ਗੱਲ ਤਾਂ ਜਿਹੜਾ 2020 ਦੇ ਅੰਦਰ ਐਜੂਕੇਸ਼ਨ ਪਾਲਿਸੀ ਟੋਟਲ ਚੇਂਜ ਕਰਤੀ ਇਹ ਕਰੋਨਾ ਕਾਲ ਦੇ ਅੰਦਰ ਪਾਰਲੀਮੈਂਟ 'ਚ, ਇੱਕ ਪਾਸੇ ਕੋਈ ਜਨਤਕ ਬਹਿਸ ਨਹੀਂ ਹੋਈ, ਕੋਈ ਪਾਲਿਸੀ ਮੇਕਰ ਦੀ ਬਹਿਸ ਨਹੀਂ ਹੋਈ। ਜਿਹੜਾ ਵਰਲਡ ਬੈਂਕ ਨੇ ਪ੍ਰੋਜੈਕਟ ਬਣਾ ਕੇ ਦਿੱਤਾ, ਇਹਨਾਂ ਨੇ ਬਿਊਰੋਕ੍ਰੇਸੀ ਨੂੰ ਪ੍ਰੋਜੈਕਟ ਲਾਗੂ ਕਰਤਾ ਤੇ ਐਜੂਕੇਸ਼ਨ ਪਾਲਿਸੀ ਬਣਾਤੀ। ਉਹ ਐਜੂਕੇਸ਼ਨ ਪਾਲਿਸੀ ਦੇ ਅੰਦਰ ਗੌਰਮੈਂਟ ਦਾ ਸ਼ੇਅਰ ਘਟਾਉਣਾ ਹੈ, ਉਹਦੀ ਕੰਟਰੀਬਿਊਸ਼ਨ ਜਿਹੜੀ ਹੈ ਬਜਟ ਦੇ ਅੰਦਰ ਉਹ ਘਟਾਣੀ ਹੈ। ਉਹਦੀ ਥਾਂ ਤੇ ਪ੍ਰਾਈਵੇਟ ਪ੍ਰੋਫਿਟ ਮੇਕਿੰਗ ਜਿਹੜੀ ਅਦਾਰੇ ਹੈ ਉਹਨਾਂ ਨੇ ਅੱਗੇ ਆਉਣਾ। ਗੌਰਮੈਂਟ ਕਹਿ ਰਹੀ ਹੈ ਕਿ ਵੀ ਹੈਵ ਨੋ ਬਿਜ਼ਨਸ ਟੂ ਬੀ ਇਨ ਬਿਜ਼ਨਸ, ਬਿਜ਼ਨਸ ਸਾਰਾ ਪ੍ਰਾਈਵੇਟ ਕਰਨਗੇ, ਪਾਣੀ ਉਹ ਵੇਚਣਗੇ, ਮਿਊਨਿਸਪੈਲਿਟੀ ਦੀ ਸੜਕਾਂ ਉਹ ਸਾਫ਼ ਕਰਨਗੇ, ਸੜਕਾਂ ਉਹ ਬਣਾਉਣਗੇ, ਟਰਾਂਸਪੋਰਟ ਉਹ ਚਲਾਉਣਗੇ, ਏਅਰ ਟ੍ਰੈਫਿਕ ਉਹਨਾਂ ਨੂੰ ਦੇ ਦੇਣੀ ਹੈ, ਸਮੁੰਦਰੀ ਜਹਾਜ਼ ਭੇਜ ਦੇਣੇ ਹੈ, ਸਮੁੰਦਰੀ ਜਿਹੜੇ ਸੀ ਪੋਰਟਸ ਆ ਉਹ ਦੇ ਦੇਣੀ ਹੈ, ਰੇਲਾਂ ਉਹਨਾਂ ਨੂੰ ਦੇ ਦੇਣੀ ਹੈ। ਜੇ ਸਾਰਾ ਹੀ ਪ੍ਰਾਈਵੇਟ ਹੋਏਗਾ ਤਾਂ ਰਿਜ਼ਰਵੇਸ਼ਨ ਕਿੱਥੇ ਲਾਗੂ ਹੋਏਗੀ? ਸਰਕਾਰ ਇਹ ਵੀ ਨਿਰਧਾਰਿਤ ਕਰ ਸਕਦੀ ਹੈ ਕਿ ਸਨਮਾਨਯੋਗ ਤਨਖਾਹ ਜਿਹੜੀ ਉਹ ਹਰ ਇੱਕ ਨੂੰ ਮਿਲੂਗੀ। ਉਹ ਸਰਕਾਰ ਕਿਉਂ ਨਹੀਂ ਕਰ ਰਹੀ? ਉਹਦੀਆਂ ਕੀ ਖਾਮੀਆਂ? ਦੇਖੋ, ਖਾਮੀਆਂ ਤਾਂ ਅਸਲ ਦੇ ਅੰਦਰ ਪਾਲਿਸੀ ਦੇ ਅੰਦਰ ਹੈ। ਬੇਸਿਕ ਜਦੋਂ ਸਾਡੇ ਦੇਸ਼ ਦੇ ਅੰਦਰ ਤਰੱਕੀ ਦੀ ਰਫ਼ਤਾਰ 2-2.5% ਸੀ, ਜਦ ਕਿ ਆਬਾਦੀ ਦੀ ਰਫ਼ਤਾਰ ਉਹਦੇ ਨਾਲੋਂ ਵੀ ਵੱਧ ਸੀ। ਮਤਲਬ ਦੇਸ਼ ਪਛੜਿਆ ਹੋਇਆ ਸੀ ਲੇਕਿਨ ਨੌਕਰੀਆਂ ਪੱਕੀਆਂ ਸੀ, ਰੈਗੂਲਰ ਸੀ ਮੁਲਾਜ਼ਮ। ਜਦੋਂ ਦੇਸ਼ ਪਛੜਿਆ ਹੋਇਆ ਸੀ ਰਿਜ਼ਰਵੇਸ਼ਨ ਮਿਲਦੀ ਸੀ। ਜਦੋਂ ਦੇਸ਼ ਪਛੜਿਆ ਹੋਇਆ ਸੀ, ਜਿੰਨੀ ਦਲਿਤਾਂ ਦੀ ਪਾਪੂਲੇਸ਼ਨ ਹੈ, ਬਜਟ ਦਾ ਸੈਂਟਰ ਦਾ ਜਾਂ ਸਟੇਟ ਦਾ 19% ਉਸ ਟਾਰਗੇਟਿਡ ਪਾਲਿਸੀ ਦੇ ਉੱਤੇ ਖਰਚ ਕਰਨਾ ਹੁੰਦਾ ਸੀ, ਜਿਹੜਾ BP ਸਿੰਘ ਵੇਲੇ ਸ਼ੁਰੂ ਹੋਇਆ ਸੀ। ਹੁਣ ਆ ਕੇ ਰਫ਼ਤਾਰ ਤਰੱਕੀ ਦੀ ਵੱਧ ਗਈ ਹੈ, ਕਹਿੰਦੇ 9 ਹੋ ਗਈ, 10 ਹੋ ਗਈ, 5 ਹੋ ਗਈ, 6 ਹੋ ਗਈ, 4 ਹੋ ਗਈ, ਤੇ ਆਬਾਦੀ ਦੀ ਰਫ਼ਤਾਰ ਘਟ ਗਈ ਹੈ। ਵਰਚੁਅਲੀ ਕੁੱਲ ਮਿਲਾ ਕੇ ਤਾਂ ਹੁਣ ਆਬਾਦੀ ਦੀ ਰਫ਼ਤਾਰ ਬਹੁਤ ਥੋੜ੍ਹੀ ਰਹਿ ਗਈ ਹੈ, ਨੈਗਲੀਜੀਬਲ ਰਹਿ ਗਈ ਹੈ। ਆਬਾਦੀ ਦੀ ਰਫ਼ਤਾਰ ਘਟ ਰਹੀ ਹੈ ਤੇ ਇਕਨੋਮਿਕ ਰਫ਼ਤਾਰ ਵੱਧ ਰਹੀ ਹੈ, ਪਰ ਜਿਹੜੀ ਸਹੂਲਤਾਂ ਘੱਟ ਤਰੱਕੀ 'ਚ ਗਰੀਬ ਲੋਕਾਂ ਨੂੰ ਮਿਲਦੀਆਂ ਸੀ ਉਹ ਖੋਲੀਆਂ ਗਈਆਂ। 17 ਸਾਲ ਦੀ ਲੜਕੀ ਬੁੱਢੇ ਪਿਓ ਨੂੰ 5000 ਕਿਲੋਮੀਟਰ ਸਾਈਕਲ ਤੇ ਲੈ ਕੇ ਗਈ। ਬੇਸ਼ੱਕ ਮਰ ਗਈ ਥੋੜੇ ਦਿਨਾਂ ਤੋਂ ਬਾਅਦ ਕੁੜੀ, ਉਹ ਵੱਖਰੀ ਗੱਲ ਹੈ। ਮਤਲਬ ਕਰੋੜਾਂ ਲੋਕ ਸਾਰੀ ਦੁਨੀਆ ਨੇ ਦੇਖੇ ਤੇ ਸੁਪਰੀਮ ਕੋਰਟ ਦੇ ਅੰਦਰ ਹਲਫਨਾਮਾ ਦੇ ਦਿੱਤਾ ਮੋਦੀ ਦੀ ਸਰਕਾਰ ਨੇ ਕਿ ਅਸੀਂ ਸੜਕ ਤੇ ਜਾਂਦੇ ਲੋਕ ਨਹੀਂ ਦੇਖੇ।
ਜਿਹੜਾ ਗਵਰਨਰ ਬਣਾਇਆ ਹੋਇਆ ਰਿਜ਼ਰਵ ਬੈਂਕ ਦਾ ਉਹ ਐਫੀਡੇਵਿਟ ਦੇ ਰਿਹਾ, ਅਸੀਂ ਨਹੀਂ ਲੋਕ ਦੇਖੇ ਸੜਕਾਂ ਦੇ ਉੱਤੇ, ਸਾਰੀ ਦੁਨੀਆ ਨੇ ਦੇਖੇ ਪਰ ਮੋਦੀ ਦੀ ਸਰਕਾਰ ਨੇ ਨਹੀਂ ਦੇਖੇ। ਇਹ ਤਰਕ ਕਿੰਨਾ ਕੁ ਠੀਕ ਹੈ ਜਾਂ ਇਹ ਤਰਕ ਸਿਰਫ ਪੋਲੀਟੀਕਲ ਸਟੰਟ ਹੈ? ਕਿਉਂਕਿ ਜਦੋਂ ਉਹਨਾਂ ਦੀਆਂ ਸਰਕਾਰਾਂ ਵੀ ਰਹੀਆਂ ਨੇ ਤਾਂ ਉਹਨਾਂ ਨੇ ਵੀ ਉਸ ਵਰਗ ਤੋਂ ਵੋਟਾਂ ਜ਼ਰੂਰ ਲਈਆਂ ਪਰ ਉਹਨਾਂ ਲਈ ਕੁਝ ਕੀਤਾ ਨਹੀਂ, ਤਾਂ ਜਿਹੜੀ ਉਹ ਮੰਗ ਉਠਾਈ ਜਾ ਰਹੀ ਹੈ ਉਹਦੇ ਬਾਰੇ ਕੀ ਕਹੋ? ਦੇਖੋ ਦੋ ਗੱਲਾਂ ਨੇ ਇਹਦੇ 'ਚ। ਪਹਿਲੀ ਗੱਲ ਤਾਂ ਇਹ, ਜਦੋਂ ਸਮਾਜ ਜਾਤਾਂ 'ਚ ਵੰਡਿਆ ਹੋਇਆ ਹੈ ਔਰ ਸਾਡੇ ਸੰਵਿਧਾਨ 'ਚ ਜਿਹੜੀਆਂ ਜਿਹਨਾਂ ਨੂੰ ਨੀਵੀਆਂ ਜਾਤਾਂ ਕਿਹਾ ਜਾਂਦਾ ਸੀ ਉਸ ਵੇਲੇ ਪੁਰਾਣੇ ਜ਼ਮਾਨੇ 'ਚ, ਅੱਜ ਨਹੀਂ, ਅੱਜ ਉਹਨਾਂ ਨੂੰ ਸ਼ਡਿਊਲ ਦੇ ਅੰਦਰ ਜਾਤਾਂ ਕਹਿੰਦੇ ਸੀ, ਸ਼ਡਿਊਲ ਕਾਸਟ। ਉਹ ਜਿਹੜੀ ਸ਼ਡਿਊਲ ਕਾਸਟ ਹੈ ਜੇ ਉਹਦੀ ਗਿਣਤੀ ਨਹੀਂ ਹੋਏਗੀ ਤਾਂ ਉਹਨੂੰ ਸਹੂਲਤਾਂ ਕਿਵੇਂ ਇਨਸ਼ੋਰ ਕਰੋਗੇ? 3 ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ਤੇ ਪਿਛਲੇ 9 ਮਹੀਨੇ ਤੋਂ ਸੰਘਰਸ਼ ਚੱਲ ਰਿਹਾ ਹੈ ਤੇ ਇਸੇ ਸਮੇਂ ਦੌਰਾਨ ਹੀ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਇੱਕ ਵਾਰ ਮੁੜ ਤੋਂ ਬੁਲੰਦ ਹੋਇਆ। ਨਾਰਾ ਬੁਲੰਦ ਹੋਇਆ, ਕਿਸਾਨ ਮਜ਼ਦੂਰਾਂ ਦੀਆਂ ਸਮੱਸਿਆਵਾਂ ਵੀ ਸਾਂਝੀਆਂ ਨੇ ਤੇ ਇਹਦੇ ਲਈ ਇਕਜੁੱਟ ਹੋ ਕੇ ਲੜਨ ਦਾ ਤਹੀਆ ਵੀ ਪ੍ਰਗਟਾਇਆ ਜਾ ਰਿਹਾ ਹੈ। ਪਰ ਕੁਝ ਅਜਿਹੇ ਮਸਲੇ ਵੀ ਨੇ ਜਿੱਥੇ ਸਮਾਜ ਨੂੰ ਵਖੇਰਨ ਦੀ ਗੱਲ ਕੀਤੀ ਜਾਂਦੀ ਹੈ, ਪਾੜੇ ਪਾਉਣ ਦੀ ਗੱਲਬਾਤ ਕੀਤੀ ਜਾਂਦੀ ਹੈ। ਤਾਂ ਕਿਸਾਨ ਮਜ਼ਦੂਰਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਸ ਨੂੰ ਲੈ ਕੇ ਇੱਕ ਰੈਲੀ ਅੱਜ ਖਰੜ ਦੇ ਵਿਖੇ ਵੀ ਕੀਤੀ ਗਈ ਹੈ ਤੇ ਨਾਲੋਂ ਨਾਲ ਜਿਹੜੀਆਂ ਤਰੁੱਟੀਆਂ ਨੇ, ਪੁਰਾਣੀਆਂ ਸਮੱਸਿਆਵਾਂ ਨੂੰ ਲੈ ਕੇ ਜਿਹੜੇ ਵਖਰੇਵੇਂ ਪੈਦਾ ਹੋਏ ਨੇ ਉਹਦੇ ਤੇ ਵੀ ਜਿਹੜੇ ਲੀਡਰਾਂ ਨਾਲ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਦੇ ਵਿੱਚ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਤਾਂ ਸਭ ਤੋਂ ਜ਼ਿਆਦਾ ਚਰਚਿਤ ਵਿਸ਼ਾ ਜਿਹੜਾ ਰਹਿੰਦਾ ਹੈਗਾ, ਕਿਉਂਕਿ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਖੋਲ੍ਹ ਕੇ ਦੇਖ ਲਓ ਤਾਂ ਉੱਥੇ ਵੀ ਬਹੁਤ ਸਾਰੇ ਲੋਕ ਤੁਹਾਨੂੰ ਅਜਿਹੇ ਮਿਲਣਗੇ ਜਿਹੜੇ ਕਿ ਰਿਜ਼ਰਵੇਸ਼ਨ ਰਾਖਵੇਂ ਕਰਨ ਬਾਰੇ ਆਪਣੀ ਪ੍ਰਤੀਕਿਰਿਆ ਦਰਸਾਉਂਦੇ ਨੇ। ਨਾ ਤਾਂ ਉਹਨਾਂ ਨੂੰ ਉਹਨਾਂ ਸਮੱਸਿਆਵਾਂ ਦਾ ਪਤਾ ਹੈ, ਨਾ ਉਹਨਾਂ ਸਮਾਜਿਕ ਵਖਰੇਵਿਆਂ ਦਾ ਪਤਾ ਹੈ, ਨਾ ਉਹਨਾਂ ਮਜ਼ਦੂਰਾਂ ਦੇ ਘਰਾਂ ਦੀ ਹਾਲਤ ਦਾ ਪਤਾ ਹੈ ਜਿਹਦੀਆਂ ਛੱਤਾਂ ਵੀ ਕੱਚੀਆਂ ਨੇ ਤੇ 2 ਡੰਗ ਦੀ ਰੋਟੀ ਤੋਂ ਵੀ ਮਜ਼ਦੂਰ ਜਿਹੜਾ ਉਹ ਮੁਹਤਾਜ ਹੈ। ਤਾਂ ਇਹ तमाम ਚੀਜ਼ਾਂ ਤੇ ਵੀ ਚਰਚਾ ਜਿਹੜੀ ਉਹ ਨਾਲੋਂ ਨਾਲ ਹੋਣੀ ਚਾਹੀਦੀ ਹੈ ਤਾਂ ਕਿ ਸੱਚਮੁੱਚ ਹੀ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਜਿਹੜਾ ਬੁਲੰਦ ਹੋ ਸਕੇ। ਸਾਡੇ ਨਾਲ ਲੀਡਰ ਇੱਥੇ ਪਹੁੰਚੇ ਹੋਏ ਨੇ ਜੇ ਕਿ ਅੱਜ ਪ੍ਰੋਟੈਸਟ ਦਾ ਵੀ ਹਿੱਸਾ ਸੀ ਤੇ ਹਮੇਸ਼ਾ ਕਿਸਾਨ ਮਜ਼ਦੂਰਾਂ ਦੀ ਆਵਾਜ਼ ਜਿਹੜੀ ਇਹਨਾਂ ਵੱਲੋਂ ਬੁਲੰਦ ਕੀਤੀ ਗਈ ਹੈ। ਤਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਜਿਹੜਾ ਅਹਿਮ ਮੁੱਦਾ ਆਉਂਦਾ ਹੈ ਕਿ ਜਦੋਂ ਮਜ਼ਦੂਰਾਂ ਦੀ ਗੱਲ ਆਉਂਦੀ ਹੈ, ਕਿਸਾਨਾਂ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਦੀਆਂ ਸਮੱਸਿਆਵਾਂ ਬਾਰੇ, ਉਹਨਾਂ ਦੇ ਕੱਚੇ ਕੋਠਿਆਂ ਬਾਰੇ, ਉਹਨਾਂ ਦੀ ਬੇਰੁਜ਼ਗਾਰੀ ਬਾਰੇ, ਮਿਹਨਤਾਨਾ ਪੂਰਾ ਨਾ ਮਿਲਣ ਬਾਰੇ ਗੱਲਾਂ ਕਰਨ ਦੀ ਥਾਂ ਤੇ ਜਿਹੜੀ ਇੱਕ ਚਰਚਾ ਸ਼ੁਰੂ ਕਰ ਦਿੱਤੀ ਜਾਂਦੀ ਹੈ ਉਹ ਰਾਖਵੇਂ ਕਰਨ ਨੂੰ ਲੈ ਕੇ ਕਰ ਦਿੱਤੀ ਜਾਂਦੀ ਹੈ ਕਿ ਜੀ ਸਰਕਾਰਾਂ ਸਭ ਕੁਝ ਜਿਹੜੀਆਂ ਹੈਗੀਆਂ ਉਹ ਤਾਂ ਦਲਿਤ ਭਾਈਚਾਰੇ ਨੂੰ ਦੇ ਰਹੀਆਂ ਨੇ, ਜਨਰਲ ਕੈਟਾਗਰੀ ਨੂੰ ਤਾਂ ਮਿਲ ਹੀ ਕੁਝ ਨਹੀਂ ਰਿਹਾ। ਤਾਂ ਸਭ ਤੋਂ ਪਹਿਲਾਂ ਜਿਹੜਾ ਰਾਖਵਾਂ ਕਰਨ ਦੇ ਮੁੱਦੇ ਤੇ ਬਹਿਸ ਹੁੰਦੀ ਹੈ, ਜੋ ਜ਼ਿਆਦਾਤਰ ਲੋਕ ਇਹਦੇ 'ਚ ਉਹ ਹਿੱਸਾ ਲੈਂਦੇ ਨੇ ਜਿਹੜੇ ਕਿ ਅਣਜਾਣ ਹੁੰਦੇ ਨੇ। ਅਧੂਰਾ ਗਿਆਨ ਜਿਹੜਾ ਸਭ ਤੋਂ ਜ਼ਿਆਦਾ ਖਤਰਨਾਕ ਹੁੰਦਾ, ਤਾਂ ਉਹਨਾਂ ਲਈ ਜਿਹੜਾ ਅਧੂਰਾ ਗਿਆਨ ਦੇ ਤਹਿਤ ਉਹਨਾਂ ਨੂੰ ਜਚਾ ਦਿੱਤੀ ਜਾਂਦੀ ਹੈ ਗੱਲ ਕਿ ਰਾਖਵਾਂਕਰਨ ਜਿਹੜਾ ਹੈ ਇਹ ਦੂਜੇ ਵਰਗਾਂ ਦੇ ਲਈ ਜਿਹੜਾ ਹੈ ਬਹੁਤ ਜ਼ਿਆਦਾ ਖਤਰਨਾਕ, ਉਹਨਾਂ ਦੇ ਹੱਕ ਮਾਰੇ ਜਾ ਰਹੇ ਹੈ। ਤਾਂ ਸਭ ਤੋਂ ਪਹਿਲਾਂ ਇਹਦੇ ਤੇ ਤੁਹਾਡੀ ਕੀ ਪ੍ਰਤੀਕਿਰਿਆ? ਮਜ਼ਦੂਰਾਂ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਗੱਲਬਾਤ ਅਸੀਂ ਅੱਗੇ ਕਰਾਂਗੇ। ਦੇਖੋ, ਰਾਖਵਾਂਕਰਨ ਜਿਹੜਾ ਹੈ ਸਦੀਆਂ ਤੋਂ ਹਿੰਦੁਸਤਾਨ ਦਾ ਬਹੁਤ ਵੱਡੀ ਮੈਜੋਰਟੀ ਜਿਨ੍ਹਾਂ ਨੂੰ ਅਸੀਂ ਸੰਵਿਧਾਨ ਦੇ ਅਨੁਸਾਰ ਸ਼ਡਿਊਲਡ ਕਾਸਟ ਜਿਹੜੀਆਂ ਜਾਤਾਂ ਇੱਕ ਸ਼ਡਿਊਲ ਦੇ ਅੰਦਰ ਪਾਈਆਂ ਗਈਆਂ ਔਰ ਸ਼ਡਿਊਲ ਟਰਾਈਬਸ ਜਿਹੜੇ ਕਬਾਇਲੀ ਲੋਕ ਹੈ ਅੱਜ ਵੀ ਕਬੀਲਾ ਯੁੱਗ ਦੇ ਅੰਦਰ ਰਹਿ ਰਹੇ, ਜਿਵੇਂ ਖਰੜ ਦੇ ਅੰਦਰ ਵੀ ਕੁਝ ਕਬੀਲੇ ਪੱਕੇ ਇੱਥੇ ਰਹਿ ਰਹੇ ਹੈ ਤੇ ਉਹ ਲੋਕਾਂ ਦੀ ਸ਼ਡਿਊਲ ਦੇ ਅੰਦਰ ਕਾਸਟ ਪਾਈਆਂ। ਉਹਨਾਂ ਨੂੰ ਜਿੰਨੀ ਉਹਨਾਂ ਦੀ ਆਬਾਦੀ ਹੈ ਉਨਾ ਰਾਖਵਾਂ ਕਰਨ ਦਾ ਜਿਹੜਾ ਜਿੰਨੀ ਆਬਾਦੀ 'ਚ ਹਿੱਸਾ ਉਹਨਾਂ ਦਾ ਵੀ ਨੌਕਰੀਆਂ 'ਚ, ਪੜ੍ਹਾਈ 'ਚ ਉਹਨਾਂ ਨੂੰ ਅਫਰਮੇਟਿਵ ਐਕਸ਼ਨ ਜਿਹਨੂੰ ਕਹਿੰਦੇ ਹਾਂ ਪੱਕੇ ਕਦਮ ਚੱਕ ਕੇ ਸਰਕਾਰ ਉਹਨਾਂ ਨੂੰ ਬਰਾਬਰਤਾ ਵਾਲੇ ਪਾਸੇ ਲੈ ਕੇ ਜਾਏਗੀ। ਇਹ ਸੰਵਿਧਾਨਕ ਪ੍ਰੋਵੀਜ਼ਨ ਹੈ। ਤੇ ਪਛੜੇਵਾਂ ਉਹਨਾਂ ਦਾ ਕੀ ਹੈ? ਪਛੜੇਵਾਂ ਉਹਨਾਂ ਦਾ ਹੈ ਸੱਭਿਆਚਾਰਕ ਪਛੜੇਵਾਂ, ਉਹਨਾਂ ਦਾ ਵਿਦਿਅਕ ਪਛੜੇਵਾਂ, ਉਹਨਾਂ ਦਾ ਸਮਾਜਿਕ ਪਛੜੇਵਾਂ ਤੇ ਇਹਨਾਂ ਕਾਰਨਾਂ ਕਰਕੇ ਰਾਜਨੀਤਿਕ ਤੇ ਆਰਥਿਕ ਪਛੜੇਵਾਂ। ਇਸ ਕਰਕੇ ਸਾਡੇ ਸੰਵਿਧਾਨ ਨੇ ਰਾਜਨੀਤਿਕ ਤਾਂ ਇੱਕ ਬੰਦੇ ਨੂੰ ਇੱਕ ਵੋਟ ਦਾ ਹੱਕ ਦਿੱਤਾ ਬਰਾਬਰਤਾ ਦਾ, ਲੇਕਿਨ ਇਹਦੇ ਨਾਲ ਸਮਾਜਿਕ ਬਰਾਬਰਤਾ ਨਹੀਂ ਹੁੰਦੀ, ਇਹਦੇ ਨਾਲ ਆਰਥਿਕ ਬਰਾਬਰਤਾ ਨਹੀਂ ਹੁੰਦੀ। ਸੱਭਿਆਚਾਰ ਵੀ ਦੋਨਾਂ ਦਾ ਇੱਕ ਨਹੀਂ ਹੁੰਦਾ। ਖਾਣ ਪਾਣ, ਪਹਿਰਾਵਾ, ਨਾਂ ਰੱਖਣੇ, ਰੀਤੀ ਰਿਵਾਜ ਬਣਾਉਣੇ ਉਹ ਆਰਥਿਕਤਾ 'ਚੋਂ ਨਿਕਲਦਾ। ਅਤੇ ਜਦੋਂ ਆਰਥਿਕਤਾ ਬਰਾਬਰ ਨਹੀਂ, ਇਹ ਨਹੀਂ ਹੋਣਗੇ। ਇਸ ਕਰਕੇ ਪਹਿਲਾਂ ਤਾਂ ਇਹਦਾ 10 ਸਾਲ ਲਈ ਤੈਅ ਕੀਤਾ ਸੀ ਵੀ ਸ਼ਾਇਦ 10 ਸਾਲ ਲਈ ਇੱਕ ਮਤਲਬ ਕਲਪਨਾ ਸੀ ਵੀ 10 ਸਾਲਾਂ ਨੇ ਸਾਨੂੰ ਇੱਥੇ ਲੈ ਜਾਵਾਂਗੇ, ਪਰ ਸਦੀਆਂ ਤੋਂ ਵੰਡੇ ਹੋਏ ਸਮਾਜ ਨੂੰ 10 ਸਾਲਾਂ ਲੈ ਜਾਣਾ ਦੇ ਪਾਸੇ ਅੱਜ ਅਸੀਂ 70 ਸਾਲ ਤੋਂ ਬਾਅਦ ਵੀ ਕਹਿ ਸਕਦੇ ਹਾਂ ਅਜੇ ਉਹ ਕਲਪਨਾ ਜਿਹੜੀ ਸੰਵਿਧਾਨ ਦੇ ਅੰਦਰ ਕਲਪੀ ਸੀ ਅੱਜ ਵੀ ਉਹ ਸੱਚਾਈ ਤੋਂ ਬਹੁਤ ਦੂਰ ਹੈ। ਇਸ ਕਰਕੇ ਇਸ ਨੂੰ
ਕੰਟੀਨਿਊ ਕਰਨਾ ਬਹੁਤ ਜ਼ਰੂਰੀ ਹੈ। ਇਹਨੂੰ ਲਗਾਤਾਰ ਜਾਰੀ ਰੱਖਣਾ ਜ਼ਰੂਰੀ ਨਹੀਂ ਖਾਲੀ, ਉਹ ਤਾਂ ਹੈ ਹੀ ਹੈ, ਬਲਕਿ ਇਸ ਨੂੰ ਤੇਜ਼ੀ ਨਾਲ ਪਹਿਲ ਦੇ ਆਧਾਰ ਤੇ ਕਰਨਾ ਜ਼ਰੂਰੀ ਹੈ। ਦੂਜੀ ਗੱਲ, ਜਦੋਂ VP ਸਿੰਘ ਦੀ ਸਰਕਾਰ ਬਣੀ 99 ਦੇ ਅੰਦਰ, 1999 ਦੇ ਅੰਦਰ, ਤਾਂ ਉਸ ਵੇਲੇ ਇੱਕ ਪਛੜੇ ਜਾਤਾਂ ਹੈ, ਪਛੜੀਆਂ ਜਾਤਾਂ ਜਿਹੜੀ ਸੱਭਿਆਚਾਰਕ ਤੇ ਪਛੜੀਆਂ, ਆਰਥਿਕਤਾ ਦੇ ਖੇਤਰ ਬੇਸ਼ੱਕ ਨਹੀਂ ਸੀ ਉਨੀਆਂ ਪਛੜੀਆਂ ਉਹ, ਕਿ ਇਹਨਾਂ ਨੂੰ ਵੀ ਰਾਖਵੇਂ ਕਰਨ ਦਾ ਲਾਭ ਮਿਲੇ, ਤੇ 27% ਰਾਖਵਾਂਕਰਨ ਉਹਨਾਂ ਨੂੰ ਦਿੱਤਾ ਗਿਆ। ਤੇ ਜੇ ਉਹ 25 ਤੇ 27 ਇਹ ਕਰ ਦਈਏ, ਕੁਛ ਲੰਗੜੇ ਲੁੱਲਿਆਂ ਦਾ ਰਲਾ ਦਈਏ, ਕੁਛ ਕਬੈਲੀ ਲੋਕਾਂ ਦਾ ਰਲਾ ਦਈਏ, ਤੇ ਸੁਪਰੀਮ ਕੋਰਟ ਨੇ ਬਾਹਰ ਲਾਤੀ ਕਿ ਰਾਖਵਾਂਕਰਨ 50% ਤੋਂ ਉੱਤੇ ਨਹੀਂ ਹੋਏਗਾ। ਜਦੋਂ ਆਬਾਦੀ ਉਹਨਾਂ ਦੀ ਜ਼ਿਆਦਾ, ਤਾਂ ਸੁਪਰੀਮ ਕੋਰਟ ਵੀ ਅੜਿੱਕਾ ਬਣ ਗਿਆ ਇੱਕ ਤਰ੍ਹਾਂ ਦਾ ਕਿ 50% ਤੋਂ ਬਾਅਦ ਰਾਖਵਾਂਕਰਨ ਨਹੀਂ ਹੋਏਗਾ। ਇਸ ਕਰਕੇ ਉਹ ਰਾਖਵੇਂਕਰਨ ਦੀ ਜਿਨ੍ਹਾਂ ਨੇ ਲਾਗੂ ਕਰਨਾ ਸੀ, ਪਾਰਲੀਮੈਂਟਾਂ, ਅਸੈਂਬਲੀਆਂ ਨੇ, ਕੋਰਟਾਂ ਨੇ, ਪਾਲਿਸੀ ਮੇਕਰਸ ਨੇ, ਤੇ ਉਹ ਸਾਰੇ ਚਾਹੇ ਮਤਲਬ ਜਿਨ੍ਹਾਂ ਨੂੰ ਅਸੀਂ ਯੋਜਨਾ ਕਮਿਸ਼ਨ ਵਗੈਰਾ ਕਹਿੰਦੇ ਹਾਂ, ਉਹਨਾਂ ਸਾਰਿਆਂ ਦੇ ਉੱਤੇ ਉਤਲੀਆਂ ਜਾਤਾਂ ਤੇ ਉਤਲੀਆਂ ਜਮਾਤਾਂ ਦਾ ਹੀ ਕਬਜ਼ਾ ਸੀ। ਇਸ ਕਰਕੇ ਰਾਖਵਾਂਕਰਨ ਪੂਰੇ ਤੌਰ ਤੇ ਲਾਗੂ ਨਹੀਂ ਹੋ ਸਕਿਆ। ਜਿਹੜੇ ਇਹਨਾਂ ਜਮਾਤਾਂ 'ਚੋਂ ਕੋਈ ਬੁੱਧੀਜੀਵੀ ਪੈਦਾ ਹੋਏ, ਜਾਂ ਇਹਨਾਂ 'ਚੋਂ ਕੁਝ ਲੋਕ ਨੌਕਰੀਆਂ ਜਾਣ ਕਰਕੇ ਮਤਲਬ ਫਸਟ ਕਲਾਸ ਤੱਕ ਵੀ ਪਹੁੰਚੇ, ਬੇਸ਼ੱਕ ਉਹਨੇ ਨਹੀਂ ਜਿੰਨਾ ਅਸੀਂ ਰੱਖਿਆ। ਹੁਣ ਜੁਡੀਸ਼ੀਅਲ ਸਰਵਿਸਿਜ਼ ਦੇ ਅੰਦਰ ਜੇ 25% ਵੀ ਕਰਨਾ ਹੋਵੇ ਪੂਰੇ ਦੇਸ਼ ਦਾ, ਔਰ ਪੰਜਾਬ 'ਚ ਤਾਂ ਕਰਨਾ ਪਵੇ ਤਾਂ 32-33% ਕਰਨਾ ਪੈਣਾ ਆਬਾਦੀ ਦੇ ਹਿਸਾਬ ਨਾਲ, ਤਾਂ ਉਹ 2% ਵੀ ਹੈ ਨਹੀਂ ਜੁਡੀਸ਼ੀਅਲੀ ਟੌਪ ਜਿਹੜੀ ਸੁਪਰੀਮ ਕੋਰਟ, ਹਾਈ ਕੋਰਟ ਦੇ ਅੰਦਰ ਹੈ। ਇਸੇ ਤਰੀਕੇ ਨਾਲ ਮੀਡੀਆ ਦੇ ਅੰਦਰ ਮੈਜੋਰਟੀ ਅੱਜ ਵੀ ਉੱਪਰਲੀਆਂ ਜਾਤਾਂ ਤੇ ਜਮਾਤਾਂ ਦੀ ਹੈ। ਸਰਕਾਰੀ ਨੌਕਰੀਆਂ ਦੇ ਅੰਦਰ ਠੀਕ ਹੈ, ਰਿਜ਼ਰਵੇਸ਼ਨ ਕਰਕੇ ਕੁਝ ਪ੍ਰਮੋਸ਼ਨਾਂ ਵੀ ਹੋਈਆਂ, ਉਹ ਪ੍ਰਮੋਸ਼ਨਾਂ ਨੂੰ ਵੀ ਬਾਰ-ਬਾਰ ਅੜਿੱਕਾ ਕੋਰਟਾਂ ਵੱਲੋਂ ਪਾਇਆ ਗਿਆ। ਜਦ ਤੱਕ ਉਹ ਪਰਪਸ ਪੂਰਾ ਨਹੀਂ ਹੁੰਦਾ ਤਾਂ ਪ੍ਰਮੋਸ਼ਨਾਂ 'ਚ ਵੀ ਰਹਿਣਾ ਚਾਹੀਦਾ, ਤੇ ਉਹ ਵਿਦਿਅਕ ਅਦਾਰਿਆਂ 'ਚ ਵੀ ਰਹਿਣਾ ਚਾਹੀਦਾ, ਨੌਕਰੀਆਂ 'ਚ ਵੀ ਰਹਿਣਾ ਚਾਹੀਦਾ। ਅਸਲ 'ਚ ਪਰਪਸ ਜਿਸ ਪਰਪਸ ਲਈ ਬਣਾਇਆ ਸੀ ਉਹ ਪੂਰਾ ਨਹੀਂ ਹੋਇਆ। ਜਦ ਤੱਕ ਪਰਪਸ ਪੂਰਾ ਨਹੀਂ ਹੋਏਗਾ, ਇਹਦਾ ਰਹਿਣਾ ਜ਼ਰੂਰੀ ਹੈ। ਜਿਹੜੇ ਇਹਦੇ ਦੋਖੀ ਲੋਕ ਹੈ ਅਸਲ 'ਚ ਸਾਰੇ ਉਹ ਹੈ ਜਿਨ੍ਹਾਂ ਨੇ ਸਦੀਆਂ ਤੋਂ ਰਿਜ਼ਰਵੇਸ਼ਨ ਦੇ ਉੱਤੇ ਕਬਜ਼ਾ ਕੀਤਾ ਹੋਇਆ। ਉੱਪਰਲਿਆਂ ਨੇ ਜਾਤਾਂ ਦੇ ਤੌਰ ਤੇ, ਕਿੱਤਿਆਂ ਦੇ ਤੌਰ ਤੇ, ਜਾਇਦਾਦ ਦੇ ਤੌਰ ਤੇ, ਰਾਜਨੀਤੀ ਦੇ ਤੌਰ ਤੇ ਉਹਨਾਂ ਦਾ ਕਬਜ਼ਾ ਹੈ। ਤੇ ਜਦੋਂ ਉਹਨਾਂ ਦਾ ਕਬਜ਼ਾ ਤਿੜਕਦਾ ਥੋੜ੍ਹਾ ਜਿਹਾ, ਤਾਂ ਉਹ ਜਾਤਵਾਦ ਦਾ ਰੌਲਾ ਪਾ ਕੇ ਕਿ ਥੱਲੇ ਦੀ ਜਮਾਤਾਂ ਜਾਤਾਂ ਹੈ ਤੇ ਇਹ ਜਾਤਵਾਦ ਵਧਾ ਰਹੇ ਹੈ, ਜਦ ਕਿ ਸਦੀਆਂ ਤੋਂ ਜਾਤ ਪੈਦਾ ਵੀ ਉਹਨਾਂ ਨੇ ਕੀਤੀ ਤੇ ਉਹਦਾ ਲਾਹਾ ਵੀ ਉਹੀ ਲੈਂਦੇ ਰਹੇ। ਇਸ ਕਰਕੇ ਜਿਹੜਾ ਪ੍ਰੋਪੇਗੰਡਾ, ਇਹ ਫਾਲਸਹੂਡ ਹੈ, ਇਹ ਟੋਟਲ ਝੂਠ ਹੈ, ਇਹਦਾ ਸੱਚਾਈ ਨਾਲ ਕੋਈ ਤਾਲੁਕ ਨਹੀਂ। ਔਰ ਹਿੰਦੁਸਤਾਨ ਦੇ ਅੰਦਰ ਇਹਦਾ ਬਹੁਤ ਵੀ ਉੱਭਰਵਾਂ ਰੂਪ ਜਿਹੜਾ ਮਤਲਬ ਗਲੇਰਿੰਗ ਐਗਜ਼ਾਮਪਲ ਇੰਡੀਆ ਹੈ ਸਾਰੀ ਦੁਨੀਆ ਦੇ ਅੰਦਰ, ਹੋਰ ਕੋਈ ਨਹੀਂ। ਸਾਡੇ ਗੁਆਂਢ 'ਚ ਵੀ ਥੋੜ੍ਹਾ ਬਹੁਤ ਹੈ, ਨੇਪਾਲ ਹੈ, ਕੁਝ ਹੋਰ ਦੇਸ਼ ਹੈ, ਲੇਕਿਨ ਜਿੰਨਾ ਗਲੇਰਿੰਗ ਐਗਜ਼ਾਮਪਲ ਇੰਡੀਆ ਇੰਨਾ ਕੋਈ ਦੁਨੀਆ ਦੇ ਅੰਦਰ ਨਹੀਂ। ਤੇ ਇਹ ਰਿਜ਼ਰਵੇਸ਼ਨ ਹੋਣੀ ਵੀ ਚਾਹੀਦੀ ਹੈ, ਰਹਿਣੀ ਵੀ ਚਾਹੀਦੀ ਹੈ, ਤੇ ਜਦੋਂ ਤੱਕ ਇਹਦਾ ਪਰਪਸ ਪੂਰਾ ਨਹੀਂ ਹੁੰਦਾ ਕੰਟੀਨਿਊ ਕਰਨੀ ਚਾਹੀਦੀ ਹੈ। ਪਰ ਅਸਲ ਦੇ ਅੰਦਰ ਉਲਟਾ ਹੋਣਾ ਸ਼ੁਰੂ ਹੋ ਗਿਆ। ਉਲਟਾ ਕਿਉਂ ਹੋ ਗਿਆ? ਜਦੋਂ ਸਰਕਾਰ ਦੇ ਸਕੂਲ, ਕਾਲਜ, ਵਿਦਿਅਕ ਅਦਾਰੇ ਨਹੀਂ ਹੋਣਗੇ ਤਾਂ ਬੱਚਿਆਂ ਨੂੰ, ਜਿਹੜੀ ਗਰੀਬਾਂ ਨੂੰ ਰਿਜ਼ਰਵੇਸ਼ਨ ਜਾਂ ਜਿਹੜੀ ਮਾਲੀ ਸਪੋਰਟ ਹੈ, ਵਰਦੀਆਂ ਦੀ ਹੈ, ਸਿਲੇਬਸ ਦੀ ਹੈ, ਖਾਣੇ ਦੀ ਹੈ ਜਾਂ ਕਿਤਾਬਾਂ ਦੀ ਹੈ, ਇਹ ਜਿਹੜੀ ਸਪੋਰਟ ਹੈ ਜੇ ਉਹਨਾਂ ਨੂੰ ਇਹ ਨਹੀਂ ਮਿਲੇਗੀ ਉਹ ਨਹੀਂ ਆ ਸਕਣਗੇ, ਕਿ ਉਹ ਅਫੋਰਡ ਨਹੀਂ ਕਰਦੇ ਹੋ। ਤੇ ਜੇ ਸਰਕਾਰੀ ਐਜੂਕੇਸ਼ਨ ਹੀ ਨਹੀਂ ਰਹੇਗੀ ਤਾਂ ਐਜੂਕੇਸ਼ਨ ਦੇ ਅੰਦਰ, ਸੰਵਿਧਾਨ ਦੇ ਅੰਦਰ ਦਿੱਤਾ ਵੀ ਹੋਵੇ ਤਾਂ ਉਹ ਮੀਨਿੰਗਲੈਸ ਹੋ ਜਾਏਗਾ। ਇਸ ਕਰਕੇ ਇਨਕਰੀਜ਼ਿੰਗਲੀ ਨਵੀਂ ਨੀਤੀਆਂ ਜਿਹੜੀ 91 ਦੇ ਚੱਲੀਆਂ, ਉਹਦੇ ਅੰਦਰ ਸਰਕਾਰੀ ਸਕੂਲ ਬੰਦ ਕੀਤੇ ਜਾ ਰਹੇ ਹਨ और प्राइवेट स्कूल प्रफुल्लित किए जा रहे हैं। असल च रिजर्वेशन प्रैक्टिकली इनफैक्चुएट हो चुकी है। सेम नौकरियां दे अंदर है, जदों पब्लिक सैक्टर सेंटर का होवे, स्टेट का होवे, कोऑपरेटिव सैक्टर है और सरकारी अदारे हैं ਜਾਂ गौरमेंट डिपार्टमेंट्स हैं, ये सारिਆਂ ਦੇ अंदर जे चारों खित्तिਆਂ ਦੇ अंदर मतलब सरकारी डिपार्टमेंट, कारपोरेशन बोर्ड, कोऑपरेटिव सैक्टर और ज्वाइंट सैक्टर जिन्हां इन्हां दे अंदर रिजर्वेशन है। जे ये रिजर्वेशन नौकरियां नहीं रहणगी, अदारे नहीं रहणगे, वो सारे सेल ते ला देने हैं या बंद कर देने हैं या उनका मोनेटाइजेशन कर देना, भी जमीनां रख के बाकी सारा कुछ बेच ही देना, तो वो सारी पॉलिसी तो प्राइवेट के हत्थां चली जाएगी, तो ये मीनिंगलैस हो जाएगा। इस तरीके नाल अज देश के कॉलेजां दे अंदर, मैं पंजाब हरियाणा की गल करदा, 2 सूबे की 12,000 प्रोफैसरां दी पोस्टां खाली हैं सरकारी कॉलेजां ते सारी यूनिवर्सिटियां दे अंदर, तो कोई भरन नूं तैयार नहीं। मान लो सानू शक है, शंका है कि हो सकता पंजाब की सरकार इलैक्शन तो पहले पहले इन्हां लई फार्म मंग ले, फार्म भी भरांगे, भरवावांगे, असीं सरकार तो मंग भी करते हैं पोस्टां फिलअप करो,
ਲੇਕਿਨ ਉਹਨਾਂ ਨੇ ਆਪਣਾ ਹੀ ਬੰਦਾ ਕੋਰਟ 'ਚ ਭੇਜ ਕੇ ਸਟੇ ਲੈ ਲੈਣੀ ਹੈ ਤੇ ਸਟੇ ਦੇਣ ਵਾਲੇ ਬੈਠੇ ਆ ਇਸ ਕੰਮ ਵਾਲੇ ਸਾਰੇ। ਉਹ ਜਿਹੜਾ ਉਹਨਾਂ ਦਾ ਪ੍ਰੀ ਫਿਕਸਡ ਮਾਈਂਡ ਹੈ, ਪਹਿਲੀ ਮਤਲਬ ਦਿਮਾਗ ਫਿਕਸ ਹੋਇਆ ਰਿਜ਼ਰਵੇਸ਼ਨ ਦੇ ਵਿਰੁੱਧ, ਉਹ ਸੰਵਿਧਾਨ ਦੇ ਕਾਨੂੰਨ ਕਹਿੰਦਾ ਲਾਗੂ ਕਰੋ ਤੇ ਲੇਕਿਨ ਉਹ ਟੈਕਨੀਕਲ ਅੜਿੱਕੇ ਪਾ ਕੇ ਉਹਨੂੰ ਰੋਕਦੇ ਆ। ਹੁਣ ਲੇਟੈਸਟ ਐਗਜ਼ਾਮਪਲ ਹੈ, ਸੈਂਟਰ ਗੌਰਨਮੈਂਟ ਦੇ ਉੱਤੇ ਇੱਕ ਇਲਜ਼ਾਮ ਆ ਰਿਹਾ, ਤਾਮਿਲਨਾਡੂ ਤੋਂ ਸ਼ੁਰੂ ਹੋਇਆ। ਤਾਮਿਲਨਾਡੂ ਦੇ ਅੰਦਰ ਕਿ ਮੈਡੀਕਲ ਕਾਲਜ ਔਰ ਇੰਜੀਨੀਅਰਿੰਗ ਕਾਲਜ ਦੇ ਅੰਦਰ ਇਹ ਸਟੂਡੈਂਟ ਦੇ ਰਿਜ਼ਰਵੇਸ਼ਨ ਕਿਉਂ ਨਹੀਂ ਆਈ, ਜਿਹੜੇ ਇਹ ਐਗਜ਼ਾਮ ਹੈ ਆਲ ਇੰਡੀਆ ਸਰਵਿਸਿਜ਼ ਦੇ, ਉਹਨਾਂ ਦੇ ਅੰਦਰ ਇਹ ਕਿਉਂ ਨਹੀਂ। ਉਹਨਾਂ ਨੇ ਇਹ ਕੰਮ ਸ਼ੁਰੂ ਕਰਤਾ। ਨਤੀਜੇ ਤੌਰ ਤੇ ਕੀ ਹੋਇਆ, ਸੈਂਟਰ ਗੌਰਨਮੈਂਟ ਨੇ ਕਹਿਤਾ ਕਿ ਸੂਬੇ ਆਪਣੀ ਲਿਸਟ ਬਣਾ ਸਕਦੇ हैं, ਲੇਕਿਨ ਜਾਤ ਆਧਾਰਿਤ ਅਸੀਂ ਸੈਂਸਸ ਨਹੀਂ ਕਰਾਂਗੇ, ਮਰਦਮਸ਼ੁਮਾਰੀ ਨਹੀਂ ਕਰਾਂਗੇ। ਜੇ ਮਰਦਮਸ਼ੁਮਾਰੀ ਨਹੀਂ ਕਰਾਂਗੇ ਤਾਂ ਪਤਾ ਕਿਵੇਂ ਲੱਗੇਗਾ। ਮਰਦਮਸ਼ੁਮਾਰੀ ਸੈਂਟਰ ਨੇ ਕਰਨੀ, ਸੂਬੇ ਨੇ ਨਹੀਂ ਕਰਨੀ। ਉਹ ਆਪਣੀ ਲਿਸਟ ਬਣਾ ਲੈਣਗੇ, ਉਹ ਲਿਸਟ ਨੂੰ ਚੈਲੰਜ ਕਰ ਦੇਣਗੇ। ਅਸਲ ਦੇ ਅੰਦਰ ਇਹ ਬਦਮਾਸ਼ੀ ਹੈ ਸੈਂਟਰ ਗੌਰਨਮੈਂਟ ਦੀ, ਇਹ ਪ੍ਰਚਾਰ ਕਰਵਾਉਣਾ ਇਲੈਕਸ਼ਨ 'ਚ ਕਿ ਜੇ ਬੈਕਵਰਡ ਵੀ ਆ ਗਏ, ਸ਼ਡਿਊਲ ਕਾਸਟ ਵੀ ਆ ਗਏ, ਸ਼ਡਿਊਲ ਟਰਾਈਬਸ ਵੀ ਆ ਗਏ, ਤੇ ਜੇ ਰਿਜ਼ਰਵੇਸ਼ਨ ਹੋਗੀ ਤਾਂ ਜਨਰਲ ਕੈਟਾਗਰੀ ਦੀ ਰਿਜ਼ਰਵੇਸ਼ਨ ਖਤਮ ਹੋ ਜਾਏਗੀ। ਵਰਚੁਅਲੀ ਨੌਕਰੀਆਂ ਤੇ ਐਜੂਕੇਸ਼ਨ ਹੀ ਇਸ ਘੇਰੇ ਸਰਕਾਰ ਦੇ ਘੇਰੇ 'ਚੋਂ ਬਾਹਰ ਜਾ ਰਹੀ ਹੈ। ਰਿਜ਼ਰਵੇਸ਼ਨ ਦਾ ਕੁਐਸਚਨ ਨਹੀਂ, ਇਹ ਅਦਾਰਿਆਂ ਨੂੰ ਵੱਡੇ ਕਰਕੇ ਲੋਕਾਂ ਨੂੰ ਸਾਰਿਆਂ ਨੂੰ, ਚਾਹੇ ਜਰਨਲ ਦੇ ਚਾਹੇ ਇਹ ਥਾਵਾਂ ਦੇਣ ਦੀ ਲੋੜ ਹੈ। ਉਹ ਪਾਲਿਸੀ ਬਦਲਣ ਦੀ ਬਜਾਏ ਪਾਲਿਸੀ ਨਿੱਜੀ ਕਰਨ ਦੀ ਲੈ ਰਹੇ ਹੈ। ਉਹ ਲੋਕ ਪਾਲਿਸੀ ਨੂੰ ਨਹੀਂ ਸਮਝਦੇ, ਇਸ ਕਰਕੇ ਉਹਨਾਂ ਨੂੰ ਉਕਸਾ ਕੇ, ਉਹਨਾਂ ਨੂੰ ਭਰਮਾ ਕੇ, ਪ੍ਰੋਪੇਗੰਡੇ ਨਾਲ ਫਾਲ ਸੂਟ ਦੇ ਲਿਆ ਕੇ ਖੜਾ ਕਰਕੇ ਇੱਕ ਦੂਜੇ ਨੂੰ ਲੜਾ ਕੇ ਸਰਕਾਰ ਆਪਣੀ ਨੀਤੀਆਂ ਜਿਹੜੀ ਕਾਰਪੋਰੇਟ ਹੱਕ ਦਾ ਹੈ ਉਹਨਾਂ ਨੀਤੀਆਂ ਨੂੰ ਲਾਗੂ ਕਰ ਰਹੀ ਹੈ। ਵੱਡੀ ਸਾਜ਼ਿਸ਼ ਹੈ ਦੀ ਪਿੱਠ ਦੇ ਪਿੱਛੇ। ਇੱਕ ਹੋਰ ਚਰਚਾ ਰਿਜ਼ਰਵੇਸ਼ਨ ਨੂੰ ਲੈ ਕੇ ਚੱਲਦੀ ਹੈ, ਰਾਖਵੇਂਕਰਨ ਨੂੰ ਲੈ ਕੇ, ਕਿ ਇਹ ਇੱਕ ਬਬਲ 'ਚ ਘੁੰਮ ਰਿਹਾ, ਉਹਨੇ ਪਰਿਵਾਰਾਂ ਦੇ ਘੇਰੇ 'ਚ ਘੁੰਮ ਰਿਹਾ। ਇਹਨੂੰ ਲਿਆਉਣ ਦਾ ਮਕਸਦ ਇਹ ਸੀ ਕਿ ਸਮਾਜਿਕ ਬਰਾਬਰੀ, ਕਿਉਂਕਿ ਜਾਤ ਪਾਤ ਪੈਦਾ ਕੀਤੀ ਗਈ ਤਾਂ ਇੱਕ ਔਗਣਾ ਸਮਾਜ ਦਾ ਬੁਰਾਈ ਹੈ ਇੱਕ, ਤਾਂ ਉਹਦੇ ਬਾਅਦ ਵੀ ਜਾਤ ਪਾਤ ਦੇ ਆਧਾਰ 'ਤੇ ਆਰਥਿਕਤਾ ਦੀ ਗੱਲ ਜਦੋਂ ਆਈ ਤਾਂ ਉਹ ਜਿਹੜੇ ਦਲਿਤ ਭਾਈਚਾਰੇ ਦੇ ਲੋਕ ਸੀਗੇ, ਨਾ ਉਹਨਾਂ ਕੋਲੇ ਪ੍ਰਾਪਰਟੀ ਸੀ ਉਸ ਤਰ੍ਹਾਂ, ਨਾ ਉਸ ਤਰ੍ਹਾਂ ਆਰਥਿਕ ਰਿਸੋਰਸ ਸੀਗੇ, ਤਾਂ ਇਹ ਇੱਕ ਘੇਰੇ 'ਚ ਘੁੰਮ ਰਹੀ ਹੈ। ਕਿਉਂਕਿ ਜਿਹੜਾ ਮੈਜੋਰਟੀ ਹਿੱਸਾ ਗਾ, ਕਿਉਂਕਿ ਉਹਨਾਂ ਕੋਲੇ ਐਜੂਕੇਸ਼ਨ ਹੀ ਨਹੀਂ ਪਹੁੰਚੀ ਪਹਿਲਾਂ, ਜੇ ਐਜੂਕੇਸ਼ਨ ਹੀ ਨਹੀਂ ਪਹੁੰਚੀ ਤਾਂ ਉਹ ਨੌਕਰੀਆਂ ਲਈ ਅਪਲਾਈ ਕਿਸ ਤਰ੍ਹਾਂ ਕਰਨਗੇ। ਤੇ ਇਸ ਕਰਕੇ ਰਿਜ਼ਰਵੇਸ਼ਨ ਨੂੰ ਤਰਕਸੰਗਤ ਕਰਨ ਦੀ ਜ਼ਰੂਰਤ ਤੁਸੀਂ ਸਮਝਦੇ ਹੋ ਕਿ ਇਹ ਉਨੇ ਹੀ ਪਰਿਵਾਰਾਂ 'ਚ ਘੁੰਮ ਰਹੀ ਹੈ। ਜੇ ਪੋਲੀਟੀਸ਼ੀਅਨ ਦਲਿਤ ਲੀਡਰਸ਼ਿਪ ਹੈ ਤਾਂ ਉਨੇ ਹੀ ਪਰਿਵਾਰਾਂ 'ਚ ਉਹਨਾਂ ਦੇ ਬੇਟੇ ਅੱਗੇ ਆ ਰਹੇ ਨੇ। ਬਾਕੀ ਪੋਸਟਰਸ 'ਤੇ ਵੀ ਇਹ ਚਰਚਾ ਵੀ ਚੱਲਦੀ ਹੈ ਕਿ ਇਹਨੂੰ ਤਰਕਸੰਗਤ ਕੀਤਾ ਜਾਵੇ, ਕਿ ਐਜੂਕੇਸ਼ਨ ਖੇਤਰ ਦੇ ਵਿੱਚ ਉਹਨਾਂ ਪਰਿਵਾਰਾਂ ਨੂੰ ਜੋੜਿਆ ਜਾਵੇ ਤਾਂ ਕਿ ਉਹ ਰਾਖਵੇਂਕਰਨ ਦੇ ਲਈ ਆ ਸਕਣ। ਤਾਂ ਤਰਕਸੰਗਤ ਕਰਨ ਦੀ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ। ਦੇਖੋ ਗੱਲ ਇਹ ਹੈ, ਪਹਿਲੀ ਤਾਂ ਇਹਨੂੰ ਕ੍ਰੀਮੀ ਲੇਅਰ ਦਾ ਨਾਅਰਾ ਦੇ ਕੇ ਟੋਟਲ ਪਾਲਿਸੀ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਾਜ਼ਿਸ਼ ਨੂੰ ਸਾਨੂੰ ਕਲੀਅਰ ਕੱਟ ਸਾਨੂੰ ਨਜ਼ਰ ਆਉਂਦੀ ਹੈ, ਉਹ ਦੇਖਣੀ ਚਾਹੀਦੀ ਹੈ। ਦੂਜੀ ਗੱਲ ਤਰਕ ਸੰਗਤ ਹੋਏਗੀ ਜਦੋਂ ਗਰੀਬ ਲੋਕਾਂ ਨੂੰ ਉਹਨਾਂ ਦੀ ਆਰਥਿਕ ਹਾਲਤ ਜਿਹੜੀ ਹੈ ਉਹ ਇੰਪਰੂਵ ਕਰੋਗੇ। ਜੇ ਇੰਪਰੂਵ ਕਰੋਗੇ, ਆਪਣੇ ਬੱਚੇ ਨੂੰ ਕੌਣ ਨਹੀਂ ਪੜ੍ਹਾਉਣਾ ਚਾਹੁੰਦਾ, ਸਾਰੇ ਪੜ੍ਹਾਉਣਾ ਚਾਹੁੰਦੇ, ਬੈਸਟ ਐਜੂਕੇਸ਼ਨ ਦੇਣਾ ਚਾਹੁੰਦੇ। ਉਹ ਕਰਜ਼ੇ ਲੈ ਕੇ ਆਪਣੇ ਆਪ ਨੂੰ ਗੁਲਾਮ ਬਣਾ ਕੇ ਵੀ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਆ। ਇਸ ਕਰਕੇ ਇਹ ਇੰਡੀਵਿਜੂਅਲੀ ਕਿੰਨੇ ਕੁ ਲੋਕ ਪੜ੍ਹਾ ਲੈਣਗੇ ਇੰਨੀ ਵੱਡੀ ਆਬਾਦੀ 'ਚੋਂ, ਇਹ ਕੰਮ ਤਾਂ ਲਾਜ਼ਮੀ ਤੌਰ 'ਤੇ ਸਰਕਾਰਾਂ ਨੂੰ ਕਰਨਾ ਪੈਣਾ। ਸਰਕਾਰਾਂ ਇਹ ਕੰਮ ਕਰਨ ਦੀ ਵਜ੍ਹਾ ਛੱਡ ਰਹੀਆਂ ਤੇ ਇਹ ਆਪਸ 'ਚ ਲੜਨ ਵਾਸਤੇ ਕ੍ਰੀਮੀ ਲੇਅਰ ਦਾ ਨਾਅਰਾ ਚੱਕਿਆ ਜਾ ਰਿਹਾ, ਜਦ ਕਿ ਕ੍ਰੀਮੀ ਲੇਅਰ ਵੀ ਐਕਚੁਅਲੀ ਜੁਡੀਸ਼ੀਅਲ ਦੇ ਅੰਦਰ ਕ੍ਰੀਮੀ ਲੇਅਰ ਹੈ ਹੀ ਨਹੀਂ। IAS ਆਫੀਸਰ ਦੇ ਅੰਦਰ ਜਿਹੜੀ ਆਲ ਇੰਡੀਆ ਸੈਕਟਰੀਜ਼ ਹੈ ਉਹਨਾਂ ਦੇ ਅੰਦਰ ਕਿੰਨੀ ਹੈ, ਡਾਕਟਰਾਂ 'ਚ ਕਿੰਨੀ ਹੈ, ਨੈਗਲੀਜੀਬਲ ਹਿੱਸਾ ਉਹਦਾ। ਕ੍ਰੀਮੀ ਲੇਅਰ ਵੀ ਤਾਂ ਤੁਸੀਂ ਕਰੋ ਜੇ ਉਹ ਪੂਰੇ ਕਰਤੇ ਹੋਣ, ਪੂਰੇ ਤਾਂ ਉਹ ਵੀ ਨਹੀਂ ਕੀਤੇ। ਕਲਾਸ 3 'ਚ ਵੀ ਪੂਰੇ ਨਹੀਂ ਹੈ, ਕਲਾਸ 4 'ਚ ਤੁਸੀਂ ਕਹਿ ਸਕਦੇ ਨੇੜੇ ਤੇੜੇ ਹੈ। ਹੁਣ ਸਫਾਈ ਮਜ਼ਦੂਰ ਹੈ, ਸਫਾਈ ਮਜ਼ਦੂਰ ਚਾਹੇ ਨੌਕਰੀਆਂ ਪੱਕੀਆਂ ਘੱਟ ਹੈ, ਜੋ ਮਰਜ਼ੀ ਹੈ, ਲੇਕਿਨ ਉਹ ਤਾਂ 99% ਬਾਲਮੀਕ ਭਾਈਚਾਰੇ 'ਚੋਂ ਆ ਰਹੇ ਹੈ, ਆਧਰਮੀਆਂ 'ਚੋਂ ਆ ਰਹੇ ਹੈ। ਅਤੇ ਇਹਦੇ 'ਚ ਦੂਜੀ ਕਾਸਟਾਂ ਕਿਉਂ ਨਹੀਂ ਜਾਂਦੀਆਂ? ਅਤੇ ਉਹ 100% ਹੈ, ਉਹ 100% ਨਹੀਂ ਚੁੱਭਦੀ ਉਹਨਾਂ ਨੂੰ। ਆਹ ਜਿਹੜੀ ਥੋੜ੍ਹੀ ਜਿਹੀ ਬਣੀ ਹੈ ਜਿਹਦੇ 'ਚੋਂ ਦਾਖਲ ਹੋਣਾ ਚਾਹੁੰਦੇ ਹੈ ਉਹ ਚੁੱਭਦੀ ਆ ਉਹਨਾਂ ਨੂੰ। ਅਸਲ ਦੇ ਅੰਦਰ ਕ੍ਰੀਮੀ ਲੇਅਰ ਨਹੀਂ ਚੁੱਭਦੀ, ਵੀ ਉਹ ਕ੍ਰੀਮੀ ਲੇਅਰ 'ਚੋਂ ਵੀ ਅਸੀਂ ਦਾਖਲ ਹੋ ਜਾਈਏ, ਇਹ ਚੁੱਭਦਾ ਉਹਨਾਂ ਨੂੰ। ਇਸ ਕਰਕੇ ਇਹ ਮਾਨਸਿਕ ਰੋਗ ਹੈ, ਜਿਹੜਾ ਕਿਸੇ ਵੇਲੇ ਸਰੀਰਕ ਰੋਗ ਸੀ ਨਾ ਅਨਟੱਚੇਬਿਲਿਟੀ ਦਾ, ਵੀ ਛੂਆ-ਛੂਤ ਦਾ, ਅਸਲ 'ਚ ਹੁਣ ਦਿਲ ਦੀ ਬਿਮਾਰੀ ਆ। ਉਹ ਦਿਲਾਂ ਨੂੰ ਲੱਗ ਚੁੱਕੀ ਉਹਨਾਂ ਦੇ, ਜਿਨ੍ਹਾਂ ਦੇ ਲੱਗ ਚੁੱਕੀ, ਉਹ ਲਾਜ਼ਮੀ ਤੌਰ 'ਤੇ ਸਰਕਾਰਾਂ ਆਪਣੇ ਯਤਨ ਨਾਲ, ਪ੍ਰੋਪੇਗੰਡੇ ਨਾਲ ਔਰ ਮੀਡੀਆ ਦੇ ਨਾਲ, ਐਜੂਕੇਸ਼ਨ ਦੇ ਨਾਲ ਇਹ ਦੂਰ ਕਰਨੀ ਚਾਹੀਦੀ ਹੈ, ਲੇਕਿਨ ਦੂਰ ਕਰਨ ਦਾ ਯਤਨ ਨਹੀਂ ਕੀਤਾ ਜਾ ਰਿਹਾ। ਜਦੋਂ ਐਜੂਕੇਸ਼ਨ ਦੀ ਗੱਲ ਆਉਂਦੀ ਹੈ ਤਾਂ ਲੈ ਦੇ ਕੇ ਛੋਟਾ ਕਿਸਾਨ ਹੈ, ਛੋਟਾ ਜ਼ਿਮੀਂਦਾਰ ਹੈ ਜਾਂ ਮਜ਼ਦੂਰ ਹੈ,
ਉਹ ਆਪਣੇ ਬੱਚੇ ਨੂੰ ਗ੍ਰੈਜੂਏਸ਼ਨ ਕਰਵਾ ਲੂਗਾ, ਬੀਐਡ ਕਰਾ ਲੂਗਾ, ਐਮਏ ਐਮਫਿਲ ਕਰਾ ਸਕਦਾ ਗਾ। ਜਿੱਧਰ ਕਿ ਪਹਿਲਾਂ ਹੀ ਗੱਲਬਾਤ ਆ ਕਿ ਭੀੜ ਬਹੁਤ ਹੈ ਐਜੂਕੇਸ਼ਨ ਦੇ ਖੇਤਰ ਦੇ ਵਿੱਚ। ਜਦੋਂ ਇੰਜੀਨੀਅਰਿੰਗ ਦੀ ਗੱਲ ਆਉਂਦੀ ਹੈ ਤਾਂ ਉਹ ਪ੍ਰਾਈਵੇਟ ਕਾਲਜਸ ਨੇ, ਮਹਿੰਗੀ ਪੜ੍ਹਾਈ ਹੈ। ਜਦੋਂ MBBS MD ਦੀ ਗੱਲ ਆਉਂਦੀ ਹੈ ਤਾਂ ਉਹ ਕਰੋੜ ਤੋਂ ਉੱਪਰ ਪੈਂਦਾ ਗਾ। ਤਾਂ ਐਜੂਕੇਸ਼ਨ ਸਿਸਟਮ ਦੇ ਵਿੱਚ ਕੀ ਸੁਧਾਰਾਂ ਦੀ ਲੋੜ ਹੈ ਕਿ ਉਸ ਪਾਸੇ ਵੱਲ ਵੀ ਮਜ਼ਦੂਰਾਂ ਦੇ, ਛੋਟੇ ਕਿਸਾਨਾਂ ਦੇ ਬੱਚੇ ਜਾ ਸਕਣ, ਕਿਉਂਕਿ ਉਹ ਪੜ੍ਹਾਈ ਮਹਿੰਗੀ ਬਹੁਤ ਆ। ਉਹ ਲੈ ਦੇ ਕੇ ਇਹੀ ਕਹਿੰਦੇ ਆਰਟਸ 'ਚ BA ਕਰ ਲੈ, ਬੀਐਡ ਕਰ ਲੈ, ਅਧਿਆਪਕਾਂ ਦੀ ਜਥੇਬੰਦੀ 'ਚ ਸ਼ਾਮਲ ਹੋ ਜੀ, ਕਿਤੇ ਨਾ ਕਿਤੇ ਨੌਕਰੀ ਜਿਹੜੀ ਉਹ ਮਿਲ ਜੂਗੀ। ਉਹ ਵੀ ਨਹੀਂ ਮਿਲੇਗੀ, ਕਿਉਂਕਿ ਦੋ ਗੱਲਾਂ ਨੇ ਉਹਦੇ 'ਚ। ਪਹਿਲੀ ਗੱਲ ਤਾਂ ਜਿਹੜਾ 2020 ਦੇ ਅੰਦਰ ਐਜੂਕੇਸ਼ਨ ਪਾਲਿਸੀ ਟੋਟਲ ਚੇਂਜ ਕਰਤੀ ਇਹ ਕਰੋਨਾ ਕਾਲ ਦੇ ਅੰਦਰ ਪਾਰਲੀਮੈਂਟ 'ਚ 1% ਕੋਈ ਜਨਤਕ ਬਹਿਸ ਨਹੀਂ ਹੋਈ, ਕੋਈ ਪਾਲਿਸੀ ਮੇਕਰ ਦੀ ਬਹਿਸ ਨਹੀਂ ਹੋਈ। ਜਿਹੜਾ ਵਰਲਡ ਬੈਂਕ ਨੇ ਪ੍ਰੋਜੈਕਟ ਬਣਾ ਕੇ ਦਿੱਤਾ, ਇਹਨਾਂ ਨੇ ਬਿਊਰੋਕ੍ਰੇਸੀ ਨੂੰ ਪ੍ਰੋਜੈਕਟ ਲਾਗੂ ਕਰਤਾ ਤੇ ਐਜੂਕੇਸ਼ਨ ਪਾਲਿਸੀ ਬਣਾਤੀ। ਉਹ ਐਜੂਕੇਸ਼ਨ ਪਾਲਿਸੀ ਦੇ ਅੰਦਰ ਗਵਰਨਮੈਂਟ ਦਾ ਸ਼ੇਅਰ ਘਟਾਉਣਾ ਹੈ, ਉਹਦੀ ਕੰਟਰੀਬਿਊਸ਼ਨ ਜਿਹੜੀ ਹੈ ਬਜਟ ਦੇ ਅੰਦਰ ਉਹ ਘਟਾਣੀ ਹੈ। ਉਹਦੀ ਥਾਂ ਤੇ ਪ੍ਰਾਈਵੇਟ ਪ੍ਰੋਫਿਟ ਮੇਕਿੰਗ ਜਿਹੜੀ ਅਦਾਰੇ ਹੈ ਉਹਨਾਂ ਨੇ ਅੱਗੇ ਆਉਣਾ, ਜਾਂ ਤੁਸੀਂ ਕਹਿ ਲਓ ਧਾਰਮਿਕ ਅਦਾਰਿਆਂ ਨੇ ਅੱਗੇ ਆਉਣਾ। ਜਿਵੇਂ RS ਦੇ ਸ਼ਿਸ਼ੂ ਨਿਕੇਤਨ ਹੈ, ਉਹ ਹਜ਼ਾਰਾਂ ਦੀ ਗਿਣਤੀ 'ਚ ਸਕੂਲ ਹੈ, DAV ਹੈ, ਹਜ਼ਾਰਾਂ ਦੀ ਗਿਣਤੀ 'ਚ ਕਾਲਜ ਹੈ, ਉਹਨਾਂ ਦੇ BEd ਕਾਲਜ ਹੈ। ਹੁਣ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਉਹਨਾਂ ਉਹਨਾਂ ਵਪਾਰੀਆਂ ਦੀ ਆ ਰਹੀਆਂ। ਔਰ ਇਹ ਯੂਨੀਵਰਸਿਟੀਆਂ ਵੀ ਨਹੀਂ ਚੱਲਣੀ, ਇਹਨਾਂ ਨੇ ਕੋਲੈਬੋਰੇਟ ਕਰਨਾ ਸਾਮਰਾਜੀ ਦੇਸ਼ਾਂ ਦੀ ਯੂਨੀਵਰਸਿਟੀਆਂ ਦੇ ਨਾਲ, ਤੇ ਉਹਨਾਂ ਦੀ ਐਡਮਿਸ਼ਨਾਂ ਗਰੀਬ ਬੰਦੇ ਜਾਂ ਛੋਟੇ ਅਫਸਰ ਦਾ ਮੁੰਡਾ ਵੀ ਜੇ ਉਹਨੇ 2 ਨੰਬਰ ਦੀ ਕਮਾਈ ਨਹੀਂ ਕੀਤੀ ਉਹ ਤਾਂ ਸੋਚ ਵੀ ਨਹੀਂ ਸਕੇਗਾ ਕਰਾਉਣ ਲਈ। ਇਸ ਕਰਕੇ ਜਿਹੜੀ ਐਜੂਕੇਸ਼ਨ ਪਾਲਿਸੀ ਹੈ ਅਸਲ ਦੇ ਅੰਦਰ ਉਹਦੇ ਅੰਦਰ ਐਡਾ ਵੱਡਾ ਨੁਕਸ ਪਾਇਆ ਜਾ ਰਿਹਾ। ਅਜੇ ਉਹਦੇ ਉੱਤੇ ਲੜਾਈ, ਉਹਨੂੰ ਸਮਝ ਕੇ ਉਹਦੇ ਉੱਤੇ ਲੜਾਈ ਕਰਨ ਦੀ ਲੋੜ ਹੈ। ਉਹਦੇ ਨਾਲ ਖਾਲੀ ਦਲਿਤ ਨਹੀਂ, ਜਿੰਨੇ ਤੁਸੀਂ ਕਹਿ ਲਓ ਮੈਜੋਰਟੀ ਦੇਸ਼ ਦੇ ਲੋਕ ਹੈ, 80-85% ਲੋਕ ਹੈ, ਉਹ ਸਾਰੇ ਹੀ ਮਾਰੇ ਜਾਣੇ ਹੈ। ਇਸ ਕਰਕੇ ਇਹ ਜਿਹੜੀ ਐਜੂਕੇਸ਼ਨ ਪਾਲਿਸੀ ਉਹ ਟੋਟਲੀ ਫਾਲਟੀ ਨਹੀਂ ਬਲਕਿ ਬੜੀ ਹਾਰਮਫੁਲ ਹੈ। ਇਹ ਸਿਰਫ ਜਿਹੜੇ ਅਫੋਰਡ ਕਰ ਸਕਦੇ ਹੈ ਫਾਰ ਰਿਚ ਐਲੀਟ ਸੈਕਸ਼ਨ ਲਈ ਰਹੇਗੀ, ਉਹ ਆਮ ਲੋਕਾਂ ਲਈ ਨਹੀਂ ਰਹੇਗੀ। ਜੇ ਆਮ ਲੋਕਾਂ ਲਈ ਐਜੂਕੇਸ਼ਨ ਨਹੀਂ ਹੋਏਗੀ ਤਾਂ ਰਿਜ਼ਰਵੇਸ਼ਨ ਕਿੱਥੇ ਰਹੇਗੀ? ਰਿਜ਼ਰਵੇਸ਼ਨ ਤਾਂ ਸਰਕਾਰੀ ਖੇਤਰ 'ਚ ਹੀ ਹੋਏਗੀ ਨਾ। ਗੌਰਮੈਂਟ ਕਹਿ ਰਹੀ ਹੈ ਕਿ ਵੀ ਹੈਵ ਨੋ ਬਿਜ਼ਨਸ ਟੂ ਬੀ ਇਨ ਬਿਜ਼ਨਸ। ਬਿਜ਼ਨਸ ਸਾਰਾ ਪ੍ਰਾਈਵੇਟ ਕਰਨਗੇ, ਪਾਣੀ ਉਹ ਵੇਚਣਗੇ, ਮਿਊਨਿਸਪੈਲਿਟੀ ਦੀ ਸੜਕਾਂ ਉਹ ਸਾਫ਼ ਕਰਨਗੇ, ਸੜਕਾਂ ਉਹ ਬਣਾਉਣਗੇ, ਟਰਾਂਸਪੋਰਟ ਉਹ ਚਲਾਉਣਗੇ, ਏਅਰ ਟ੍ਰੈਫਿਕ ਉਹਨਾਂ ਨੂੰ ਦੇ ਦੇਣੀ ਹੈ, ਸਮੁੰਦਰੀ ਜਹਾਜ਼ ਵੇਚ ਦੇਣੇ ਹੈ, ਸਮੁੰਦਰੀ ਜਿਹੜੇ ਸੀ ਪੋਰਟਸ ਆ ਉਹ ਦੇ ਦੇਣੀ ਹੈ, ਰੇਲਾਂ ਉਹਨਾਂ ਨੂੰ ਦੇ ਦੇਣੀ ਹੈ। ਜੇ ਸਾਰਾ ਹੀ ਪ੍ਰਾਈਵੇਟ ਹੋਏਗਾ ਤਾਂ ਰਿਜ਼ਰਵੇਸ਼ਨ ਕਿੱਥੇ ਲਾਗੂ ਹੋਏਗੀ? ਸਾਰਾ ਕੁਝ ਪ੍ਰਾਈਵੇਟ ਹੋ ਰਿਹਾ ਹੈਗਾ, ਕਿਉਂਕਿ ਜੇ ਛੋਟੇ ਕਿਸਾਨ ਦੀ ਆਪਾਂ ਗੱਲ ਕਰਦੇ ਹਾਂ ਤਾਂ ਅੱਜ ਦੇ ਟਾਈਮ ਤੇ ਉਹ ਵੀ ਐਲਾਨਿਆ ਹੋਇਆ ਮਜ਼ਦੂਰ ਹੈ ਕਿ ਉਹ ਖੇਤੀ 'ਚੋਂ ਬਾਹਰ ਜਾ ਰਿਹਾ। ਲਗਾਤਾਰ ਇਹ 3 ਖੇਤੀ ਕਾਨੂੰਨ ਆਉਣ ਤੋਂ ਬਾਹਰ ਵੀ ਜਾ ਰਿਹਾ। ਤੇ ਜਿਹੜੀ ਮਜ਼ਦੂਰ ਜਮਾਤ ਆ ਉਹ ਤਾਂ ਲੰਮੇ ਸਮੇਂ ਤੋਂ ਫੈਕਟਰੀਜ਼ ਵਰਕ ਹੋਵੇ, ਪੱਕੀ ਉਸਾਰੀ ਦਾ ਕੰਮ ਹੋਵੇ ਜਾਂ ਖੇਤ ਮਜ਼ਦੂਰ ਹੋਣ, ਉਹ ਤਮਾਮ ਕੰਮ ਕਰ ਰਹੇ ਨੇ। ਪਰ ਜਦੋਂ ਮਿਨੀਮਮ ਵੇਜ ਦੀ ਗੱਲ ਆ ਜਾਂਦੀ ਹੈ, ਜਾਂ ਜੇ 8 ਘੰਟੇ ਕੰਮ ਕਰ ਰਹੇ ਹੋ ਤਾਂ ਹਫ਼ਤੇ 'ਚ 5 ਦਿਨ ਕੰਮ ਦੀ ਗੱਲ ਆਉਂਦੀ ਹੈ, ਤਾਂ ਉੱਥੇ ਹੱਕ ਜਿਹੜੇ ਉਹ ਕਿੱਥੇ ਜਾਂਦੇ ਨੇ? ਸਨਮਾਨਯੋਗ ਮਿਨੀਮਮ ਵੇਜ ਹੀ ਸਰਕਾਰਾਂ ਜਿਹੜੀਆਂ ਉਹ ਕਿਉਂ ਨਹੀਂ ਦੇ ਰਹੀਆਂ? ਪ੍ਰਾਈਵੇਟਾਈਜੇਸ਼ਨ ਕਰ ਰਹੀਆਂ ਨੇ, ਠੀਕ ਹੈ, ਪਰ ਉਹਦੇ 'ਚ ਸਰਕਾਰ ਇਹ ਵੀ ਨਿਰਧਾਰਿਤ ਕਰ ਸਕਦੀ ਹੈ ਕਿ ਸਨਮਾਨਯੋਗ ਤਨਖਾਹ ਜਿਹੜੀ ਉਹ ਹਰ ਇੱਕ ਨੂੰ ਮਿਲੂਗੀ। ਉਹ ਸਰਕਾਰ ਕਿਉਂ ਨਹੀਂ ਕਰ ਰਹੀ? ਉਹਦੀਆਂ ਕੀ ਖਾਮੀਆਂ ਨੇ? ਦੇਖੋ, ਖਾਮੀਆਂ ਤਾਂ ਅਸਲ ਦੇ ਅੰਦਰ ਪਾਲਿਸੀ ਦੇ ਅੰਦਰ ਹੈ। ਬੇਸਿਕ ਜਦੋਂ ਸਾਡੇ ਦੇਸ਼ ਦੇ ਅੰਦਰ ਤਰੱਕੀ ਦੀ ਰਫ਼ਤਾਰ 2-2.5% ਸੀ, ਜਦ ਕਿ ਆਬਾਦੀ ਦੀ ਰਫ਼ਤਾਰ ਉਹਦੇ ਨਾਲੋਂ ਵੀ ਵੱਧ ਸੀ। ਮਤਲਬ ਦੇਸ਼ ਪਛੜਿਆ ਹੋਇਆ ਸੀ ਲੇਕਿਨ ਨੌਕਰੀਆਂ ਪੱਕੀਆਂ ਸੀ, ਰੈਗੂਲਰ ਸੀ ਮੁਲਾਜ਼ਮ। ਜਦੋਂ ਦੇਸ਼ ਪਛੜਿਆ ਹੋਇਆ ਸੀ ਰਿਜ਼ਰਵੇਸ਼ਨ ਮਿਲਦੀ ਸੀ। ਜਦੋਂ ਦੇਸ਼ ਪਛੜਿਆ ਹੋਇਆ ਸੀ, ਜਿੰਨੀ ਦਲਿਤਾਂ ਦੀ ਪਾਪੂਲੇਸ਼ਨ ਹੈ, ਬਜਟ ਦਾ ਸੈਂਟਰ ਦਾ ਜਾਂ ਸਟੇਟ ਦਾ 19% ਉਸ ਟਾਰਗੇਟਿਡ ਪਾਲਿਸੀ ਦੇ ਉੱਤੇ ਖਰਚ ਕਰਨਾ ਹੁੰਦਾ ਸੀ, ਜਿਹੜਾ BP ਸਿੰਘ ਵੇਲੇ ਸ਼ੁਰੂ ਹੋਇਆ ਸੀ। ਹੁਣ ਆ ਕੇ ਰਫ਼ਤਾਰ ਤਰੱਕੀ ਦੀ ਵੱਧ ਗਈ ਹੈ, ਕਹਿੰਦੇ 9 ਹੋ ਗਈ, 10 ਹੋ ਗਈ, 5 ਹੋ ਗਈ, 6 ਹੋ ਗਈ, 4 ਹੋ ਗਈ, ਤੇ ਆਬਾਦੀ ਦੀ ਰਫ਼ਤਾਰ ਘਟ ਗਈ ਹੈ। ਵਰਚੁਅਲੀ ਕੁੱਲ ਮਿਲਾ ਕੇ ਤਾਂ ਹੁਣ ਆਬਾਦੀ ਦੀ ਰਫ਼ਤਾਰ ਬਹੁਤ ਥੋੜ੍ਹੀ ਰਹਿ ਗਈ ਹੈ, ਨੈਗਲੀਜੀਬਲ ਰਹਿ ਗਈ ਹੈ। ਆਬਾਦੀ ਦੀ ਰਫ਼ਤਾਰ ਘਟ ਰਹੀ ਹੈ ਤੇ ਇਕਨੋਮਿਕ ਰਫ਼ਤਾਰ ਵਧ ਰਹੀ ਹੈ, ਪਰ ਜਿਹੜੀ ਸਹੂਲਤਾਂ ਘੱਟ ਤਰੱਕੀ 'ਚ ਗਰੀਬ ਲੋਕਾਂ ਨੂੰ ਮਿਲਦੀਆਂ ਸੀ ਉਹ ਖੋਲ੍ਹੀਆਂ ਗਈਆਂ। ਇਹ ਸਾਰੀ ਟ੍ਰਿਕਲ ਡਾਊਨ ਥਿਊਰੀ ਜਿਹੜੀ ਕਹਿੰਦੇ ਸੀ ਵੀ ਉੱਪਰੋਂ ਚੋਕ ਕੇ ਥੱਲੇ ਆਏਗਾ, ਗੱਲ ਉਲਟ ਹੈ। ਥੱਲੇ ਵਾਲਾ ਉੱਪਰ ਨੂੰ ਚੜ੍ਹਾਇਆ ਜਾ ਰਿਹਾ, ਉੱਪਰੋਂ ਥੱਲੇ ਨੂੰ ਨਹੀਂ ਆ ਰਿਹਾ ਕੁਛ ਵੀ। ਇਸ ਪਾਲਿਸੀ ਨੂੰ ਰਿਵਰਸ ਕਰਨ ਦੀ ਲੋੜ ਹੈ। ਇਹ ਜਦੋਂ ਰਿਵਰਸ ਹੋਏਗੀ ਤਾਂ ਲਾਜ਼ਮੀ ਤੌਰ 'ਤੇ ਗਰੀਬਾਂ ਦੇ ਬੱਚੇ ਵੀ ਪੜ੍ਹ ਸਕਣਗੇ, ਨੌਕਰੀ ਵੀ ਲੈ ਸਕਣਗੇ, ਕੰਮ ਵੀ ਮਿਲੇਗਾ। ਤੇ ਇਹ ਸਾਰਾ ਕੰਮ ਪਾਲਿਸੀ ਦੇ ਵਿੱਚੋਂ ਨੁਕਸ ਅਸਲ ਦੇ ਅੰਦਰ। ਤੇ ਪਾਲਿਸੀ
ਉਸ ਵੇਲੇ ਹਿੰਦੁਸਤਾਨ ਦੀ ਸਰਕਾਰ ਬਣਾਉਂਦੀ ਸੀ 5 ਸਾਲਾ ਪਾਲਿਸੀਆਂ। ਬੀਜੇਪੀ ਨੇ ਪਾਲਿਸੀਆਂ ਬਣਾਉਣਾ ਪੂਰੇ ਦੇਸ਼ ਦੀ ਛੱਡ ਕੇ ਇਹ ਪਾਲਿਸੀਆਂ ਦਾ ਠੇਕਾ ਸਾਮਰਾਜੀ ਕਾਰਪੋਰੇਟ ਹਾਊਸਿਸ ਨੂੰ ਦੇ ਦਿੱਤਾ। ਜਿਹੜੀ ਉਹਨਾਂ ਦੀ ਡਿਮਾਂਡ ਹੈ, ਅਸਲ ਸਰਕਾਰ ਉਹਦੀ ਫੈਸਿਲੀਟੇਟਰ ਬਣ ਗਈ ਹੈ, ਉਹਦੀ ਸਹਿਯੋਗੀ ਸਹਾਇਕ ਬਣ ਗਈ ਹੈ। ਜੋ ਉਹਨਾਂ ਨੂੰ ਚਾਹੀਦਾ ਉਹ ਕਰਕੇ ਦੇ ਰਹੀ ਹੈ। 4 ਦਿਨ ਪਹਿਲੇ ਹਰਿਆਣੇ ਦੀ ਸਰਕਾਰ ਨੇ ਜਿਹੜਾ 1912 ਦਾ ਕਾਨੂੰਨ ਬਣਿਆ, ਸੋਧਿਆ ਸੀ ਜਿਹਨੂੰ, ਕਿ ਜੇ ਪਿੰਡ ਦੀ ਜ਼ਮੀਨ ਲੈਣੀ ਹੈ ਤਾਂ 80% ਲੋਕਾਂ ਨਾਲ ਕੰਪਨੀ ਸੌਦਾ ਕਰੇ ਜਾਂ ਜਿਹਨੂੰ ਜ਼ਮੀਨ ਚਾਹੀਦੀ ਹੈ, 20% ਬਾਕੀ ਜ਼ਮੀਨ ਸਰਕਾਰ ਲੈ ਕੇ ਦੇ ਦੂਗੀ ਤੁਹਾਨੂੰ। ਦੂਜੀ ਗੱਲ, ਇਹਦਾ ਸੋਸ਼ਲ ਇੰਪੈਕਟ ਕੀ ਪੈਂਦਾ? ਹੁਣ ਖੇਤ ਮਜ਼ਦੂਰ ਕੋਲ ਤਾਂ ਜ਼ਮੀਨ ਨਹੀਂ ਹੈ, ਦਲਿਤਾਂ ਕੋਲ ਜ਼ਮੀਨ ਨਹੀਂ ਹੈ, ਬਹੁਤ ਸਾਰੇ ਬੇਜ਼ਮੀਨੇ ਲੋਕ ਹੈ। ਤਾਂ ਜਦੋਂ ਪਿੰਡ ਦੇ ਕੋਲ ਕਾਰੋਬਾਰ ਨਹੀਂ ਰਹੇਗਾ, ਉਹ ਜਿਹੜੇ ਪੁਰਾਣੀ ਬੜੀ ਪੀੜ੍ਹੀ ਵਾਲੇ ਹੈ ਉਹਨਾਂ ਤੋਂ ਨਵਾਂ ਕੰਮ ਕਰਨਾ ਨਹੀਂ ਆਉਂਦਾ, ਖੇਤੀ ਰਹੇਗੀ ਨਹੀਂ, ਤਾਂ ਉਹ ਕਿੱਥੇ ਜਾਣਗੇ? ਇਹਦਾ ਸੋਸ਼ਲ ਇੰਪੈਕਟ ਕੀ ਪਏਗਾ? ਤਾਂ ਸੋਸ਼ਲ ਇੰਪੈਕਟ ਦੇ ਉੱਤੇ ਵੀ ਉਸਦਾ ਖਰਚ ਕਰਨਾ ਪੈਣਾ। ਹਰਿਆਣੇ ਦੀ ਗੌਰਮੈਂਟ ਨੇ 4 ਦਿਨ ਪਹਿਲੇ ਕਾਨੂੰਨ ਪਾਸ ਕਰ ਲਿਆ ਕਿ ਨਾ ਸੋਸ਼ਲ ਇੰਪੈਕਟ ਦੀ ਸਟੱਡੀ ਕਰਾਂਗੇ, ਨਾ 80% ਦੀ ਮਨਜ਼ੂਰੀ ਲੈਣ ਦੀ ਲੋੜ ਹੈ। ਜਿੱਥੇ ਸਰਮਾਏਦਾਰ ਕਹੇਗਾ ਸਰਕਾਰ ਆਪਣੀ ਮਰਜ਼ੀ ਨਾਲ ਜੀ ਨੂੰ ਐਕਵਾਇਰ ਕਰ ਸਕਦੀ ਹੈ। ਕਿਉਂ ਕੀਤਾ ਉਹਨਾਂ ਨੇ? ਕਿਉਂਕਿ ਪਾਰਲੀਮੈਂਟ ਦੇ ਅੰਦਰ ਜਿਹੜਾ 17 ਚੋਂ ਬਿੱਲ ਲੈ ਕੇ ਆਏ ਸੀ, ਰਾਜ ਸਭਾ ਦੇ ਅੰਦਰੋਂ ਬਿੱਲ ਗਿਰ ਗਿਆ ਸੀ। ਪਹਿਲਾਂ 2 ਵਾਰੀ ਉਹਨਾਂ ਨੇ ਆਰਡੀਨੈਂਸ ਪਾਸ ਕਰਤਾ ਸੀ, ਜਦੋਂ ਰਾਜ ਸਭਾ 'ਚ ਨਹੀਂ ਪਾਸ ਹੋਇਆ ਆਰਡੀਨੈਂਸ ਵੀ ਬੇਕਾਰ ਹੋ ਗਿਆ, ਉਹ ਉਹਨਾਂ ਦਾ ਕਾਨੂੰਨ ਫੇਲ ਹੋ ਗਿਆ। ਹੁਣ ਉਹਨਾਂ ਜਿੱਥੇ ਬੀਜੇਪੀ ਦੀ ਸਰਕਾਰਾਂ 16-17 ਸੂਬਿਆਂ 'ਚ ਵੀ ਥੱਲਿਓਂ ਹੀ ਲਾਗੂ ਕਰ ਦਿਓ ਇਹਨੂੰ, ਜੇ ਦੇਸ਼ ਨਹੀਂ ਬਣਾ ਸਕਦੇ ਥੱਲਿਓਂ ਹੀ ਲਾਗੂ ਕਰ ਦਿਓ। ਅਸਲ ਦੇ ਅੰਦਰ ਕਾਰਪੋਰੇਟ ਮਾਡਲ ਲਾਗੂ ਕੀਤਾ ਜਾ ਰਿਹਾ, ਜਿਹੜਾ ਵੈਲਫੇਅਰ ਸਟੇਟ ਦਾ ਮਾਡਲ ਹੈ ਉਸ ਨੂੰ ਗੋ ਬਾਈ, ਉਸ ਨੂੰ ਬਾਏ ਬਾਏ ਕੀਤਾ ਜਾ ਰਿਹਾ। ਇਹ ਬੀਜੇਪੀ ਅੱਜ ਨਹੀਂ, ਜਦੋਂ 1955 ਦੇ ਅੰਦਰ ਮਿਸਟਰ ਇਕੋਨਮੀ ਦਾ ਫਾਰਮੂਲਾ ਆਇਆ ਸੀ, ਉਸ ਵੇਲੇ ਦੀ ਜਨਸੰਘ ਔਰ ਉਸ ਵੇਲੇ ਦੀ ਰਾਜਾ ਮਹਾਰਾਜਾ ਦੀ ਪਾਰਟੀ ਸੀ, ਸੁਤੰਤਰ ਪਾਰਟੀ, ਦੋਨਾਂ ਨੇ ਮਹਾਗਠਬੰਧਨ ਬਣਾ ਕੇ ਧਾਰਮਿਕ ਗਊ ਔਰ ਦੂਜੇ ਵੀ ਇਸ਼ੂ ਖੜੇ ਕੀਤੇ ਸੀ। ਔਰ ਇਹ ਕੰਸੋਲੀਡੇਸ਼ਨ ਜ਼ਮੀਨ ਦੀ ਮਾਲਕੀ, ਗਰੀਬਾਂ ਨੂੰ ਰੂੜੀਆਂ ਵਾਸਤੇ ਥਾਂ ਦੇ ਦਿਓ, ਬਾੜੇ ਦੇ ਦਿਓ। ਇਹ ਕਹਿੰਦੇ ਇਹ ਖੇਵੜਦਾਰਾਂ ਦੀ ਜ਼ਮੀਨ ਹੈ, ਮਾਲਕਾਂ ਦੀ ਜ਼ਮੀਨ ਹੈ, ਇਹਨਾਂ ਨੂੰ ਕਿਉਂ ਦਿੱਤੀ ਜਾਵੇ? ਉਸ ਵੇਲੇ ਵੀ ਵਿਰੋਧ ਕੀਤਾ ਸੀ ਔਰ ਪਬਲਿਕ ਸੈਕਟਰ ਦੇ ਬਣਨ ਦਾ ਵੀ ਵਿਰੋਧ ਕੀਤਾ ਸੀ। ਇਹ ਧਿਰਾਂ ਜਨਮਜਾਤ ਪਬਲਿਕ ਸੈਕਟਰ ਦੀ ਵਿਰੋਧੀ ਹੈ, ਇਸ ਕਰਕੇ ਪ੍ਰਾਈਵੇਟ ਦੇ ਹੱਕ 'ਚ ਹੈ। ਅੱਜ ਇਹ ਪ੍ਰਾਈਵੇਟ ਜ਼ਿਮੀਂਦਾਰ ਦੇ ਵੀ ਹੱਕ 'ਚ ਨਹੀਂ, ਇਹ ਹੁਣ ਕਾਰਪੋਰੇਟ ਦੇ ਹੱਕ 'ਚ ਹੈ। ਵਰਚੁਅਲੀ ਹੁਣ ਕਾਰਪੋਰੇਟ ਦੇ ਹੱਕ 'ਚ ਖੜੀਆਂ ਹੈ ਉਹ, ਇਸ ਕਰਕੇ ਉਹ ਤੱਕ 2 ਕਦਮ ਅੱਗੇ ਚਲੇ ਗਏ। ਹੁਣ ਜੇ ਲੋਕ ਅਜੇ ਵੀ ਧਰਮ ਦੇ ਨਾਂ 'ਤੇ, ਮਤਲਬ ਧਰਮ ਦੇ ਮਾਮਲੇ 'ਚ ਇੱਕ ਮਜ਼ਦੂਰ ਯੂਪੀ ਦਾ, ਬਿਹਾਰ ਦਾ, ਕਰੋੜਾਂ ਲੋਕ 2020 ਦੇ ਮਾਰਚ 'ਚ ਪੈਦਲ ਤੁਰ ਗਏ। ਬੱਚਿਆਂ ਨੂੰ ਜਨਮ ਸੜਕ 'ਤੇ ਦਿੱਤਾ, ਅੱਧੇ ਘੰਟੇ ਤੋਂ ਬਾਅਦ ਉਹ ਔਰਤ ਬੱਚਿਆਂ ਨੂੰ ਚੱਕ ਕੇ ਸੜਕ 'ਤੇ ਤੁਰ ਪੈਂਦੀ ਹੈ। 17 ਸਾਲ ਦੀ ਲੜਕੀ ਬੁੱਢੇ ਪਿਓ ਨੂੰ 5000 ਕਿਲੋਮੀਟਰ ਸਾਈਕਲ 'ਤੇ ਲੈ ਕੇ ਗਈ, ਬੇਸ਼ੱਕ ਮਰ ਗਈ ਥੋੜ੍ਹੇ ਦਿਨਾਂ ਤੋਂ ਬਾਅਦ ਕੁੜੀ, ਉਹ ਵੱਖਰੀ ਗੱਲ ਹੈ। ਮਤਲਬ ਕਰੋੜਾਂ ਲੋਕ ਸਾਰੀ ਦੁਨੀਆ ਨੇ ਦੇਖੇ, ਤੇ ਸੁਪਰੀਮ ਕੋਰਟ ਦੇ ਅੰਦਰ ਹਲਫਨਾਮਾ ਦੇ ਦਿੱਤਾ ਮੋਦੀ ਦੀ ਸਰਕਾਰ ਨੇ ਕਿ ਅਸੀਂ ਸੜਕ 'ਤੇ ਜਾਂਦੇ ਲੋਕ ਨਹੀਂ ਦੇਖੇ। ਜਿਹੜਾ ਗਵਰਨਰ ਬਣਾਇਆ ਹੋਇਆ ਰਿਜ਼ਰਵ ਬੈਂਕ ਦਾ, ਉਹ ਐਫੀਡੇਵਿਟ ਦੇ ਰਿਹਾ, ਅਸੀਂ ਨਹੀਂ ਲੋਕ ਦੇਖੇ ਸੜਕਾਂ ਦੇ ਉੱਤੇ, ਸਾਰੀ ਦੁਨੀਆ ਨੇ ਦੇਖੇ ਪਰ ਮੋਦੀ ਦੀ ਸਰਕਾਰ ਨੇ ਨਹੀਂ ਦੇਖੇ। ਉੱਥੇ ਹਲਫਨਾਮਾ ਦੇ ਦਿੱਤਾ। ਜਿਹੜੇ ਲੋਕ ਮਰੇ ਬਿਨਾਂ ਆਕਸੀਜਨ ਤੋਂ, ਪਾਰਲੀਮੈਂਟ ਦੇ ਅੰਦਰ ਬਿਆਨ ਦੇ ਰਿਹਾ ਮੰਤਰੀ ਕਿ ਆਕਸੀਜਨ ਦੀ ਘਾਟ ਕਰਕੇ ਇੱਕ ਬੰਦਾ ਵੀ ਨਹੀਂ ਮਰਿਆ। ਜਿਹੜੇ ਸਦੀਆਂ ਤੋਂ ਝੂਠ ਹੀ ਬੋਲਦੇ ਰਹੇ ਹੈ, ਅੱਜ ਵੀ ਉਹ ਝੂਠ ਡਟ ਕੇ ਬੋਲ ਰਹੇ ਹੈ, ਤਾਂ ਉਹਨਾਂ 'ਤੇ ਇਤਬਾਰ ਕਿਵੇਂ ਕੀਤਾ ਜਾ ਸਕਦਾ? ਉਹਨਾਂ ਦੀ ਅਨਾਉਂਸਮੈਂਟਾਂ ਦੇ, ਉਹਨਾਂ ਦੇ ਵਾਅਦਿਆਂ ਦੇ, ਜਿਹਨਾਂ ਪੈਰ 'ਤੇ ਮੁਕਰਨਾ, ਝੂਠ ਬੋਲਣਾ, ਉਹਨਾਂ ਤਾਂ ਕੋਰਟ ਵੀ ਇਤਬਾਰ ਨਹੀਂ ਕਰ ਸਕਦੀ ਜੇ ਕੋਰਟ ਬਾਇਸਡ ਨਾ ਹੋਵੇ। ਅਪਰ ਕਾਸਟਾਂ ਲਈ ਜਾਂ ਅਪਰ ਕਲਾਸਿਸ ਲਈ ਜੇ ਬਾਇਸਡ ਨਾ ਹੋਵੇ, ਜੇ ਉਹ ਸੰਵਿਧਾਨ ਨੂੰ ਅਪਹੋਲਡ ਕਰਦੀ ਹੋਵੇ, ਸੰਵਿਧਾਨ 'ਤੇ ਡਟ ਕੇ ਖੜਦੀ ਹੋਵੇ, ਤਾਂ ਇਹਨਾਂ ਪਾਲਿਸੀਆਂ ਨੂੰ ਕੋਰਟ ਵੀ ਰੋਕ ਸਕਦੇ ਹੈ। ਪਰ ਕੋਰਟ ਵੀ ਡਾਵਾਂਡੋਲ ਹੁੰਦੇ ਹੈ। ਐਮਰਜੈਂਸੀ 'ਚ ਵੀ ਦੇਖੇ, ਪਿਛਲੇ ਦਿਨਾਂ 'ਚ ਵੀ ਅਸੀਂ ਦੇਖੇ, ਰਾਮ ਮੰਦਿਰ ਦੇ ਸਵਾਲ 'ਤੇ ਦੇਖੇ, ਜੰਮੂ ਕਸ਼ਮੀਰ ਦੇ ਸਵਾਲ 'ਤੇ ਦੇਖੇ, ਰਿਜ਼ਰਵੇਸ਼ਨ ਦੇ ਸਵਾਲ 'ਤੇ ਦੇਖੇ, ਗਰੀਬ ਲੋਕ ਮਾਰੇ ਗਏ ਉਹਨਾਂ ਦੇ ਸਵਾਲਾਂ 'ਤੇ ਦੇਖੇ, ਮਤਲਬ ਦਲਿਤ ਮਾਰੇ ਗਏ ਉਹਨਾਂ ਦੇ ਸਵਾਲਾਂ ਦੇਖੇ, ਮੁੱਲਾ ਦੇ ਸਵਾਲ 'ਤੇ ਜਿਹੜੇ ਉੱਥੇ ਇਕੱਠੇ ਹੋਏ, ਮੁਕੱਦਮਾ ਕਿਹਨਾਂ 'ਤੇ ਬਣਾਤਾ? ਯੂਨੀਵਰਸਿਟੀ ਜਿਹੜੀ ਹੈ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਜਿਨ੍ਹਾਂ ਨੇ ਗੁੰਡਾਗਰਦੀ ਅੰਦਰ ਜਾ ਕੇ ਕੁੜੀਆਂ ਲੈਬੋਰਟਰੀ ਦੇ ਅੰਦਰ ਮਾਰਿਆ, ਕੁੱਟਿਆ, ਸਾਹਮਣੇ ਫੋਟੋਆਂ ਆਈਆਂ, ਉਹਦੇ ਸਵਾਲ 'ਤੇ ਕੋਰਟ ਹੀਅਰਿੰਗ ਕਰਨ ਦੇਣ ਨੂੰ ਤਿਆਰ ਨਹੀਂ, 2-2 ਸਾਲ। ਇਸ ਕਰਕੇ ਸਿਚੁਏਸ਼ਨ ਜਿਹੜੀ ਹੈ,
ਮਤਲਬ ਪੋਲੀਟੀਕਲ ਪਾਰਟੀਆਂ ਤੇ ਛੱਡ ਕੇ ਨਹੀਂ ਬੈਠਿਆ ਜਾ ਸਕਦਾ। ਵਰਚੁਅਲੀ ਇਹ ਜਨਤਾ ਵੋਟ ਦੇ ਕੇ ਆਪਣੀ ਡਿਊਟੀ ਖਤਮ ਕਰਨ ਨਾਲ ਨਹੀਂ ਚੱਲੇਗਾ। ਜਨਤਾ ਨੂੰ ਜਗਾ ਕੇ ਲਾਮਬੰਦ ਕਰਕੇ ਜਨਤਾ ਨੂੰ ਮੈਦਾਨ 'ਚ ਲਿਆਵਾਂਗੇ ਤਾਂ ਇਹਨਾਂ ਸੰਵਿਧਾਨ ਦੀ ਰਾਖੀ ਹੋਏਗੀ, ਇਸ ਤੋਂ ਰਾਖੀ ਨਹੀਂ ਕਰ ਸਕਣੀ। ਬਾਕੀ ਤੁਸੀਂ ਗੱਲ ਕੀਤੀ ਕਿ ਸੰਸਦ ਦੇ ਵਿੱਚ ਵੀ ਮੰਤਰੀ ਵੱਲੋਂ ਬਿਆਨ ਦਿੱਤਾ ਗਿਆ ਕਿ ਕਿੰਨੇ ਮਜ਼ਦੂਰ ਕੋਵਿਡ ਦੌਰਾਨ ਮਰੇ, ਇਹਦਾ ਰਿਕਾਰਡ ਵੀ ਸਾਡੇ ਕੋਲੇ ਹੈ ਨਹੀਂ। ਆਕਸੀਜਨ ਦੇ ਨਾਲ ਕੋਈ ਮੌਤ ਨਹੀਂ ਹੋਈ, ਕਿਸੇ ਸੂਬੇ ਨੇ ਨਹੀਂ ਦੱਸਿਆ। ਕਿਸਾਨੀ ਅੰਦੋਲਨ ਦੇ ਵਿੱਚ ਕਿੰਨੇ ਕਿਸਾਨ ਸ਼ਹੀਦ ਹੋਏ, ਉਹਦਾ ਰਿਕਾਰਡ ਵੀ ਸਾਡੇ ਕੋਲੇ ਹੈ ਨਹੀਂ। ਪਰ ਹੁਣ ਕੁਝ ਪਾਰਟੀਆਂ ਇੱਕ ਹੋਰ ਮੰਗ ਕਰ ਰਹੀਆਂ ਕਿ ਜਾਤੀ ਆਧਾਰਿਤ ਜਨਗਣਨਾ ਜਿਹੜੀ ਹੋਣੀ ਚਾਹੀਦੀ ਹੈ ਤੇ ਉਹਦੇ ਹਿਸਾਬ ਨਾਲ ਤੁਸੀਂ ਜਿਹੜੀਆਂ ਸਹੂਲਤਾਂ ਉਹ ਦੇ ਦਿਓ ਜਿਹਦੀ ਜਿੰਨੀ ਪਾਪੂਲੇਸ਼ਨ ਹੈ। ਇਹ ਤਰਕ ਕਿੰਨਾ ਕੁ ਠੀਕ ਹੈ ਜਾਂ ਇਹ ਤਰਕ ਸਿਰਫ ਪੋਲੀਟੀਕਲ ਸਟੰਟ ਹੈ? ਕਿਉਂਕਿ ਜਦੋਂ ਉਹਨਾਂ ਦੀਆਂ ਸਰਕਾਰਾਂ ਵੀ ਰਹੀਆਂ ਨੇ ਤਾਂ ਉਹਨਾਂ ਨੇ ਵੀ ਉਸ ਵਰਗ ਤੋਂ ਵੋਟਾਂ ਜ਼ਰੂਰ ਲਈਆਂ ਪਰ ਉਹਨਾਂ ਲਈ ਕੁਝ ਕੀਤਾ ਨਹੀਂ। ਤਾਂ ਜਿਹੜੀ ਉਹ ਮੰਗ ਉਠਾਈ ਜਾ ਰਹੀ ਹੈ ਉਹਦੇ ਬਾਰੇ ਕੀ ਕਹੋਗੇ? ਦੇਖੋ, ਦੋ ਗੱਲਾਂ ਨੇ ਇਹਦੇ 'ਚ। ਪਹਿਲੀ ਗੱਲ ਤਾਂ ਇਹ, ਜਦੋਂ ਸਮਾਜ ਜਾਤਾਂ 'ਚ ਵੰਡਿਆ ਹੋਇਆ ਹੈ ਔਰ ਸਾਡੇ ਸੰਵਿਧਾਨ 'ਚ ਜਿਹੜੀਆਂ ਜਿਹਨਾਂ ਨੂੰ ਨੀਵੀਆਂ ਜਾਤਾਂ ਕਿਹਾ ਜਾਂਦਾ ਸੀ ਉਸ ਵੇਲੇ ਪੁਰਾਣੇ ਜ਼ਮਾਨੇ 'ਚ, ਅੱਜ ਨਹੀਂ, ਅੱਜ ਉਹਨਾਂ ਨੂੰ ਸ਼ਡਿਊਲ ਦੇ ਅੰਦਰ ਜਾਤਾਂ ਕਹਿੰਦੇ ਸੀ, ਸ਼ਡਿਊਲ ਕਾਸਟ। ਉਹ ਜਿਹੜੀ ਸ਼ਡਿਊਲ ਕਾਸਟ ਹੈ, ਜੇ ਉਹਦੀ ਗਿਣਤੀ ਨਹੀਂ ਹੋਏਗੀ ਤਾਂ ਉਹਨੂੰ ਸਹੂਲਤਾਂ ਕਿਵੇਂ ਇਨਸ਼ੋਰ ਕਰੋਗੇ? ਕੋਰਟਾਂ ਨੇ ਸਟੇ ਲਾ ਦੇਣੀ ਆ ਜਦੇ ਵੀ ਪਹਿਲਾਂ ਗਿਣਤੀ ਲਿਆਓ, ਫਿਰ ਇਹ ਜਿਹੜੀ ਪ੍ਰੋਵੀਜ਼ਨ ਤੁਸੀਂ ਕਰ ਰਹੇ ਹੋ ਅਫਰਮੇਟਿਵ ਐਕਸ਼ਨ ਦੀ ਤਾਂ ਅਪਰੂਵ ਕਰਾਂਗੇ। ਲੱਗਦੀ ਰਹੀ ਹੈ ਅੱਜ ਤੱਕ, ਬਾਰ-ਬਾਰ ਲੱਗਦੀ ਰਹੀ ਹੈ। ਇਸ ਕਰਕੇ ਉਹ ਕਾਸਟਾਂ ਦੀ ਕਾਊਂਟਿੰਗ ਕਰਨਾ ਕੋਈ ਕ੍ਰਾਈਮ ਨਹੀਂ ਹੈ। ਜੇ ਮਾਈਨੋਰਟੀ ਦੀ ਹੋ ਸਕਦੀ ਹੈ, ਮੁਰਗੇ ਕਿੰਨੇ ਹੈ, ਬੱਕਰੇ ਕਿੰਨੇ ਹੈ, ਮੱਝਾਂ ਕਿੰਨੀਆਂ, ਊਠ ਕਿੰਨੇ ਹੈ, ਸ਼ੇਰ ਕਿੰਨੇ ਹੈ, ਟਾਈਗਰ ਕਿੰਨੇ ਹੈ, ਕਿਹੜੀ ਨਸਲ ਲੁਪਤ ਹੋ ਰਹੀ ਹੈ, ਜੇ ਸਾਰਿਆਂ ਦੀ ਗਿਣਤੀ ਹੋ ਸਕਦੀ ਹੈ ਤਾਂ ਮਨੁੱਖਾਂ ਦੀ ਗਿਣਤੀ ਕਿਉਂ ਨਹੀਂ ਹੋ ਸਕਦੀ? ਹੋਣੀ ਚਾਹੀਦੀ ਹੈ। ਉਹਦੇ ਆਧਾਰ 'ਤੇ ਅਫਰਮੇਟਿਵ ਐਕਸ਼ਨ ਦੇ ਅੰਦਰ ਚਾਹੇ ਸਟੇਟ ਕਰੇ ਸੈਂਟਰ ਕਰੇ, ਹੈਲਪ ਮਿਲੇਗੀ, ਕਿਉਂ ਨਾ ਹੋਵੇ। ਸੈਂਟਰ ਗਵਰਨਮੈਂਟ ਕਹਿੰਦੀ ਲਿਸਟ ਤਾਂ ਬਣਾ ਲਓ, ਸੂਬੇ ਲਿਸਟ ਤਾਂ ਬਣਾਈ ਜਾ ਰਹੀ ਹੈ ਪਰ ਗਿਣਤੀ ਸੈਂਟਰ ਨੇ ਕਰਨੀ, ਆਪਣੀ ਗਿਣਤੀ ਕਰਨ ਨੂੰ ਤਿਆਰ ਨਹੀਂ। ਕਿਉਂਕਿ ਗਿਣਤੀ ਕਰਨ ਨਾਲ ਕਹਿੰਦੇ ਨੀਵੀਆਂ ਜਾਤਾਂ ਦੇ ਅੰਦਰ, ਜਿਹਨਾਂ ਨੂੰ ਸ਼ਡਿਊਲ ਕਾਸਟ ਕਹਿੰਦੇ ਆ, ਉਹਨਾਂ ਦੇ ਅੰਦਰ ਜਾਤੀਵਾਦ ਵਧੇਗਾ। ਜਿਹੜਾ ਹਜ਼ਾਰਾਂ ਸਾਲ ਦਾ ਤੁਹਾਡੇ ਜਾਤੀਵਾਦ ਵਧਿਆ ਅੱਜ ਵੀ ਕਾਇਮ ਹੈ। ਅੱਜ ਵੀ, ਕੱਲ੍ਹ ਵੀ ਮਤਲਬ ਇੱਕ ਮੰਦਿਰ ਦਾ ਪੁਜਾਰੀ ਕਹਿ ਰਿਹਾ ਹੈ ਕਿ ਤੁਸੀਂ ਮੰਦਿਰ ਤੋਂ ਬਾਹਰ, ਔਰਤਾਂ ਮੰਦਿਰ 'ਚ ਨਹੀਂ ਆ ਸਕਦੀਆਂ, ਔਰਤ ਨਹੀਂ ਮੰਦਿਰ 'ਚ ਆਉਣੀ ਚਾਹੀਦੀ। ਕੱਲ੍ਹ ਕਹਿ ਰਿਹਾ, ਬੀਜੇਪੀ ਦਾ ਸਪੋਰਟਰ ਆ, ਸਾਰੇ ਸੋਸ਼ਲ ਮੀਡੀਆ ਦਿਖਾਇਆ ਜਾ ਰਿਹਾ। ਉਹਦੇ ਖਿਲਾਫ ਕਾਰਵਾਈ ਨਹੀਂ ਹੋਣੀ ਚਾਹੀਦੀ, ਕੋਈ ਕਾਰਵਾਈ ਨਹੀਂ ਹੋਏਗੀ। ਇਸ ਕਰਕੇ ਇਹ ਉੱਚ ਜਾਤਾਂ ਦਾ, ਉੱਚ ਜਮਾਤਾਂ ਦਾ ਇਹ ਰੌਲਾ ਹੈ ਕਿ ਇਹਦੇ ਨਾਲ ਜਾਤਵਾਦ ਵੱਜੇਗਾ। ਜਾਤਵਾਦ ਉੱਚ ਜਾਤਾਂ ਤੇ ਜਮਾਤਾਂ ਨੇ ਕਾਇਮ ਰੱਖਿਆ ਹੋਇਆ, ਥੱਲਿਆਂ ਵਾਲਿਆਂ ਨੇ ਨਹੀਂ। ਅੰਬੇਦਕਰ ਨੇ ਤਾਂ ਐਨੀਹਿਲੇਸ਼ਨ ਆਫ ਦੀ ਕਾਸਟ ਨਾਰਾ ਇਹ ਹੈ ਕਿ ਜੇ ਥੱਲੇ ਦਾ ਪਤਾ ਲੱਗੇਗਾ ਤੁਹਾਨੂੰ ਤਾਂ ਪਤਾ ਲੱਗੇਗਾ ਕਿ ਇਹਨਾਂ ਦੇ ਪੱਲੇ ਜ਼ਮੀਨ ਕਿੰਨੀ ਹੈ। ਮੰਨ ਲਓ ਪੰਜਾਬ 'ਚ 34-35% ਆਬਾਦੀ ਹੈ, ਜ਼ਮੀਨ ਤਾਂ 5% ਵੀ ਨਹੀਂ ਹੋਏਗੀ ਉਹਨਾਂ ਕੋਲ। ਟੋਟਲ ਵਪਾਰ 'ਚ ਕਿੰਨੇ ਹੈ, ਦੁਕਾਨਾਂ 'ਚ ਕਿੰਨੇ ਹੈ, ਕਾਰਖਾਨੇਦਾਰ ਕਿੰਨੇ ਹੈ, ਨੌਕਰੀਆਂ 'ਚ ਕਿੰਨੇ ਹੈ, ਜੁਡੀਸ਼ੀਅਲ ਕਿੰਨੇ ਹੈ, ਮਿਲਟਰੀ ਦੇ ਆਫੀਸਰ ਕਿੰਨੇ ਹੈ, ਸਾਰਾ ਉਹਦੇ 'ਚ ਨਿਕਲੇਗਾ ਨਾ। ਮੀਡੀਆ 'ਚ ਕਿੰਨੇ ਹੈ, ਉਹਦੇ 'ਚ ਨਿਕਲੇਗਾ ਨਾ। ਕਿਉਂਕਿ ਇਹਨਾਂ ਦਾ ਕੁੱਲ ਮਿਲਾ ਕੇ ਨੈਗਲੀਜੀਬਲ ਹਿੱਸਾ ਹੋਏਗਾ। ਜੇ ਥੋੜ੍ਹਾ ਜਿਹਾ ਹਿੱਸਾ ਸੀ ਉਹ ਸੀ ਕਲਾਸ 4 ਅਤੇ ਕਲਾਸ 3 ਦੇ ਅੰਦਰ, ਕਲਾਸ ਡੀ ਔਰ ਸੀ ਦੇ ਅੰਦਰ। ਹੁਣ ਨਾ ਸਰਕਾਰੀ ਨੌਕਰੀ ਰਹੇਗੀ, ਨਾ ਰਹੇਗਾ ਬਾਂਸ, ਨਾ ਬਜੇਗੀ ਬਾਂਸਰੀ। ਉਹ ਤਾਂ ਭੋਗ ਪਾਤਾ ਉਹਨਾਂ ਦਾ ਉਹਨਾਂ ਨੇ। ਇਸ ਕਰਕੇ ਅਸੀਂ ਇਹ ਕਾਊਂਟਿੰਗ ਵੀ ਹੋਵੇ ਔਰ ਕਾਊਂਟਿੰਗ ਦੇ ਆਧਾਰ 'ਤੇ ਅਫਰਮੇਟਿਵ ਐਕਸ਼ਨ ਹੋਵੇ। ਅਸੀਂ ਡਟ ਕੇ ਦੇ ਹਾਮੀ ਹੈ। ਜਿਹੜਾ ਇਹ ਕਿਹਾ ਉਹਨਾਂ ਨੂੰ ਸੂਬੇ ਕਰ ਲੈਣ, ਅਸਲ ਦੇ ਅੰਦਰ ਇਹ ਧੋਖਾ ਦੇਣ ਵਾਲੀ ਗੱਲ ਹੈ, ਇਹ ਸੱਚਾਈ ਨਹੀਂ। ਆਪਣੀ ਜ਼ਿੰਮੇਵਾਰੀ ਸੂਬਿਆਂ ਦੇ ਗਲ ਪਾ ਕੇ ਤੇ ਯੂਪੀ ਔਰ ਦੂਜੀ ਚੋਣਾਂ ਜਿੱਤਣ ਦਾ ਸਟੰਟ ਹੈ, ਉਹਨਾਂ ਲਈ, ਸਾਰਿਆਂ ਲਈ ਨਹੀਂ।